ਪਹਿਲਾਂ ਤਾਂ ਪੀਟੀਸੀ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਐਡਾ ਉਪਰਾਲਾ ਕੀਤਾ ਹੈ। ਪੰਜਾਬ ਕੋਲ ਪੈਸੇ ਨਹੀਂ ਹੈਗੇ ਤੇ ਨਾ ਅੱਗੇ ਪਿੱਛੇ ਕਰ ਲਵੇ, ਪਰ ਯੂਟੀ ਨੂੰ ਤੇ ਹਿਮਾਚਲ ਨੂੰ ਭੁੱਖੇ ਨਾ ਮਾਰੇ। लेकिन ये अफसरशाही और एक ठेकेदार सारे आपस में मिले हुए हैं। ਅਸੀਂ ਅੱਗੇ ਬੱਚਿਆਂ ਨੂੰ ਯਾਨੀ ਕਿ ਕੰਟਰੈਕਟ ਸਿਸਟਮ ਨਹੀਂ ਦੇਣਾ, ਅਸੀਂ ਰੈਗੂਲਰ ਡਿਪਾਰਟਮੈਂਟ ਦੇਣਾ। ਅੱਜ ਦੇਸ਼ ਭਰ ਦੀ ਟ੍ਰੇਡ ਯੂਨੀਅਨ ਲਹਿਰ ਵੱਡੇ ਖਤਰੇ 'ਚ ਹੈ। ਭਾਵੇਂ ਕੇਂਦਰ ਸਰਕਾਰ ਦੇ ਮੁਲਾਜ਼ਮ ਹੋਣ, ਭਾਵੇਂ ਸੂਬਿਆਂ ਦੇ ਮੁਲਾਜ਼ਮ ਹੋਣ ਤੇ ਭਾਵੇਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਮੁਲਾਜ਼ਮ ਹੋਣ, ਇੱਕ ਤਰ੍ਹਾਂ ਹੋਂਦ ਨੂੰ ਖਤਰਾ ਹੈ। ਜਿਵੇਂ ਪੰਜਾਬ ਦੀ ਟ੍ਰੇਡ ਯੂਨੀਅਨ ਲਹਿਰ ਕਈ ਦਹਾਕਿਆਂ ਤੋਂ ਫੁੱਟ ਦਾ ਸ਼ਿਕਾਰ ਹੋਣ ਕਾਰਨ ਅੱਜ ਤਨਖਾਹ ਕਮਿਸ਼ਨ, ਡੀਏ ਤੇ ਹੋਰ ਜਿਹੜੀਆਂ ਸਹੂਲਤਾਂ ਕਈ ਦਹਾਕਿਆਂ ਤੋਂ ਮਿਲਦੀਆਂ ਸੀ ਉਹ ਖੁਆ ਕੇ ਬੈਠੀ ਆ। ਉੱਥੇ ਚੰਡੀਗੜ੍ਹ ਯੂਟੀ ਵਿੱਚ ਵੀ ਇਹੀ ਹਾਲ ਹੈ। ਪਿਛਲੇ ਕਈ ਦਹਾਕਿਆਂ ਤੋਂ ਕਈ ਫੈਡਰੇਸ਼ਨਾਂ, ਕਈ ਯੂਨੀਅਨਾਂ, ਕਈ ਲੀਡਰ ਆਪੋ ਆਪਣੀਆਂ ਕਲਗੀਆਂ ਸ਼ਿੰਗਾਰ ਕੇ ਤੇ ਸੰਘਰਸ਼ ਕਰਦੇ ਆ ਰਹੇ ਸੀ, ਪਰ ਅੱਜ ਯੂਟੀ ਪ੍ਰਸ਼ਾਸਨ ਵਿੱਚ ਠੇਕਾ ਸਿਸਟਮ, ਆਊਟਸੋਰਸਿੰਗ ਰਾਹੀਂ ਔਰ ਇੱਥੋਂ ਤੱਕ ਬਿਜਲੀ ਵਿਭਾਗ ਜਿਹੜਾ ਉਹ ਵੀ ਨਿੱਜੀ ਹੱਥਾਂ ਵਿੱਚ ਦੇਣ ਦਾ ਫੈਸਲਾ ਹੋ ਗਿਆ। ਤੇ ਹੁਣ ਟ੍ਰੇਡ ਯੂਨੀਅਨ ਲੀਡਰਸ਼ਿਪ ਜਿਹੜੀ ਹੈ ਉਹਦੀਆਂ ਅੱਖਾਂ ਖੁੱਲੀਆਂ ਨੇ। ਅੱਖਾਂ ਖੁੱਲ੍ਹਣ ਤੋਂ ਬਾਅਦ ਅੱਜ ਪੀਟੀਸੀ ਉਹਨਾਂ ਕੋਲ ਆਇਆ ਤੇ ਉਹਨਾਂ ਨੂੰ ਪੁੱਛਦੇ ਆ ਵੀ ਤੁਹਾਡੀ ਫੁੱਟ ਨੇ ਤੁਹਾਨੂੰ ਹੁਣ ਤੱਕ ਕੀ ਦਿੱਤਾ ਤੇ ਕੀ ਤੁਸੀਂ ਗਵਾਇਆ। ਸਭ ਤੋਂ ਪਹਿਲਾਂ ਗੋਪਾਲ ਦੱਤ ਜੋਸ਼ੀ ਜੀ, ਤੁਹਾਨੂੰ ਕਈ ਸਾਲਾਂ ਤੋਂ ਨਾਅਰੇ ਲਾਉਂਦਿਆਂ ਦੇਖ ਰਹੇ ਹਾਂ। ਸੈਂਕਸ਼ਨ ਪੋਸਟਾਂ ਇੰਨੀਆਂ ਨੇ, ਭਰੀਆਂ ਇੰਨੀਆਂ ਨੇ, ਪ੍ਰਸ਼ਾਸਨ ਭਰਦਾ ਨਹੀਂ। ਤੇ ਅੱਜ ਉਹ ਗੱਲ ਆ ਗਈ, ਪ੍ਰਸ਼ਾਸਨ ਨੇ ਸਟੈਂਪ ਲਾਤੀ ਬਿਜਲੀ ਬੋਰਡ ਨਿੱਜੀ ਹੱਥਾਂ ਵਿੱਚ। ਹੁਣ ਕੀ ਕਰੋਗੇ? बिल्कुल आपने ठीक बात की है। काफ़ी सालों से ट्रेड यूनियनें अपने अपने मुद्दों को लेके लड़ाई तो कर रही हैं, लेकिन नतीजे पर नहीं पहुंच रही हैं। उसका कारण एक ही है कि हम जो धड़ों में गुटों में बटे हुए हैं और अपनी अपनी लड़ाई लड़ी जा रही है। लेकिन आज की डेट में जो केंद्र सरकार है, उस सरकार ने सारे ही डिपार्टमेंटों को ख़त्म करने का फैसला कर लिया। बिजली का इशू है, ट्रांसपोर्ट है, वाटर सप्लाई है, इवन देन सारे ही सरकारी डिपार्टमेंट को ख़त्म करने पर तुले हुए हैं। और इससे जहाँ तक आउटसोर्स कॉन्ट्रैक्ट के कर्मचारियों का इशू है, रेगुलर की गिनती आधे से भी ਜੋਸ਼ੀ ਜੀ, ਇੱਕ ਦੱਸੋ, ਇਹ ਮੰਨਦੇ ਜੇ ਨਾ ਵੀ ਜਿਹੜੀ ਤੁਹਾਡੀ ਚੌਧਰ ਦੀ ਲੜਾਈ ਸੀ, ਤੁਹਾਡੀ ਸਿਆਸੀ ਵਲਗਣਾ ਦੀ ਲੜਾਈ ਸੀ, ਅੱਜ ਯੂਟੀ ਦੇ ਮੁਲਾਜ਼ਮਾਂ ਨੂੰ ਤਾਂ ਇਹ ਦਿਨ ਦੇਖਣੇ ਪੈ ਰਹੇ? बिल्कुल वी डेफिनेटली अग्री भी असी मानते हैं इस गल नूं, क्योंकि कोशिश बहुत लंबे टाइम से हम कर रहे हैं कि इसके खिलाफ लंबी अपनी झंडे डंडे अपनी होंद छोड़ के वर्किंग क्लास की एक लड़ाई लड़ी जाए, जिसमें हम समझते हैं कि काफ़ी हद तक हम कामयाब हुए हैं। और आने वाले टाइम में जो हमारा ये मोर्चा बना है, ये मोर्चा इन लड़ाइयों को लड़के तमाम जो सरकार जातियाँ कर रही है, पर्टिकुलरली जो कॉन्ट्रैक्ट और आउटसोर्स के वर्कर हैं, रेगुलर सिस्टम ख़त्म करके सरकार ने एक नया ढांचा बनाया है और ये सिस्टम ख़त्म कर दिया। सरकार के खिलाफ लड़ाई लड़ने का ये फैसला किया है। ਤਹਈਆ ਕੀਤਾ ਆਊਟਸੋਰਸਿੰਗ। ਤੁਸੀਂ ਆਊਟਸੋਰਸਿੰਗ ਦੇ EMPLOYE ਨੂੰ ਲੀਡ ਕਰਦੇ ਜੇ ਕਿ ਲੱਗਦਾ ਨਹੀਂ ਵੀ ਹੁਣ ਤੁਹਾਡੀ ਸੰਘੀ ਜਿਹੜੀ ਹੈ, ਤੁਹਾਡਾ ਸਾਹ ਜਿਹੜਾ ਹੈ ਇੱਕ ਠੇਕੇਦਾਰ ਦੇ ਹੱਥ 'ਚ ਆ ਗਿਆ? ਬਿਲਕੁਲ ਸਰ, ਮੈਨੂੰ ਖੁਦ ਇਸ ਚੰਡੀਗੜ੍ਹ ਦੇ ਵਿੱਚ ਸਰ 14 ਸਾਲ ਹੋ ਗਏ ਨੇ ਬਤੌਰ ਸੁਰੱਖਿਆ ਕਰਮਚਾਰੀ ਆਊਟਸੋਰਸ ਤੇ ਕੰਮ ਕਰਦੇ ਹੋਏ। ਲੇਕਿਨ ਮੈਨੂੰ ਇਹ ਨਹੀਂ ਪਤਾ ਕਿ ਸਰ ਮੇਰਾ ਦਿਨ ਕਿਹੜਾ ਲਾਸਟ ਹੈ ਇੱਥੇ, ਕਿਉਂਕਿ ਠੇਕੇਦਾਰ ਆ ਕੇ ਕੋਈ ਵੀ ਕੰਪਨੀ ਆਉਂਦੀ ਹੈ ਇੰਡੀਆ ਦੇ ਵਿੱਚੋਂ ਕਿਸੇ ਵੀ ਕੋਨੇ ਦੇ ਵਿੱਚੋਂ, ਅੱਜ ਕੱਲ੍ਹ ਸਿਸਟਮ ਇੰਨਾ ਖਰਾਬ ਕਰਤਿਆ ਸਰਕਾਰ ਨੇ ਕਿ ਇੱਕ ਜੈਮ ਪ੍ਰਣਾਲੀ ਸਿਸਟਮ ਲੈ ਕੇ ਆ ਗਏ ਸਰ। ਉਹਦੇ ਰਾਹੀਂ ਕੀ ਕਰਦੇ, ਪੂਰੇ ਇੰਡੀਆ ਦੇ ਵਿੱਚੋਂ ਕਿਸੇ ਵੀ ਕੋਨੇ ਦੇ ਵਿੱਚੋਂ ਇੱਕ ਠੇਕੇਦਾਰ ਚੁਣ ਕੇ ਸਾਡੇ ਦੇ ਲਗਾ ਦਿੰਦੇ, ਔਰ ਉਹ ਠੇਕੇਦਾਰ ਸਾਨੂੰ 18 20 ਸਾਲ ਪੁਰਾਣੇ ਵਰਕਰਾਂ ਨੂੰ ਠੇਕੇਦਾਰ ਫਿਰ ਤੁਹਾਡਾ ਮੁੱਲ ਪਾਉਂਦਾ? ਬਿਲਕੁਲ ਸਰ, ਬਿਲਕੁਲ। ਸਾਡੇ ਇੱਥੇ ਇੱਕ ਪ੍ਰਾਈਵੇਟ ਨੌਕਰੀ ਜਿਹਦੀ ਤਨਖਾਹ 12 ਹਜ਼ਾਰ ਰੁਪਇਆ, ਉਸ ਨੂੰ ਜਿਹੜਾ 20 ਸਾਲ ਤੋਂ ਕੰਮ ਕਰ ਰਿਹਾ ਸੀ ਉਹਨੂੰ ਨੌਕਰੀ ਦਿੰਦੇ 60 ਹਜ਼ਾਰ ਰੁਪਇਆ, 70 ਹਜ਼ਾਰ ਰੁਪਇਆ ਉਹਦਾ ਮੰਗ ਕੀਤੀ ਜਾਂਦੀ ਹੈ। ਅਗਰ ਮੰਗ ਨਾ ਪੂਰੀ ਕਰੋ ਤਾਂ ਉਹਦੀ ਜਗ੍ਹਾ ਤੇ ਬੰਦਾ ਚੇਂਜ ਕਰਕੇ ਠੇਕੇਦਾਰ ਦੂਜਾ ਰੱਖ ਦਿੰਦਾ ਹੈ। ਇਹ ਸਰਕਾਰ ਦੇਖੋ, ਅਸੀਂ ਸਭ ਤੋਂ ਪਹਿਲੇ ਮਤਲਬ ਵੀ ਤੁਹਾਡੀ ਸਿਲੈਕਸ਼ਨ ਕਰਨ ਲੱਗਿਆ ਵੀ ਜਿਹੜਾ ਪ੍ਰਾਈਵੇਟ ਠੇਕੇਦਾਰ ਆ ਉਹ ਕਰਪਸ਼ਨ ਕਰਦਾ? ਬਿਲਕੁਲ ਸਰ, ਬਿਲकुल। ਸਾਡੀ ਸਿਲੈਕਸ਼ਨ ਕੀ ਸਰ, ਸਾਡਾ ਤਾਂ ਮੁੱਲ ਪੈਂਦਾ ਇੱਕ ਤਰ੍ਹਾਂ ਦਾ, ਸਾਨੂੰ ਸਰਕਾਰ ਨੇ ਵੇਚਤਿਆ ਸਰ, ਨਿੱਜੀ ਹੱਥਾਂ ਦੇ ਵਿੱਚ ਬਿਲਕੁਲ ਵੇਚਤਿਆ। ਵੈਸੇ ਅਸੀਂ ਪ੍ਰਾਈਵੇਟ ਸੀ, ਆਊਟਸੋਰਸਿੰਗ ਦੇ ਵੈਸੇ ਸੀ, ਲੇਕਿਨ ਇਹ ਜੈਮ ਸਿਸਟਮ ਲਿਆ ਕੇ ਬਿਲਕੁਲ ਹੀ ਸਾਨੂੰ ਇੱਕ ਤਰ੍ਹਾਂ ਦਾ ਜੋ ਇਹ ਜੈਮ ਪੋਰਟਲ ਸੀ ਇਹ ਬਣਿਆ ਸੀ ਇੱਕ ਸਮਾਨ ਖਰੀਦਣ ਵਾਸਤੇ, ਲੇਕਿਨ ਇਹਦੇ ਰਾਹੀਂ ਇਹਨਾਂ ਨੇ ਵਰਕਰ ਇੱਕ ਮਜ਼ਦੂਰ ਵੇਚਣੇ ਸ਼ੁਰੂ ਕਰਤੇ ਜੀ। ਸੋ
ਮੰਨਣਾ ਪੈ ਰਿਹਾ ਲੀਡਰਸ਼ਿਪ ਨੂੰ ਵੀ ਜਿਵੇਂ ਲੂਣ ਮਿਰਚ ਵੇਚਦੇ ਸੀ ਦੁਕਾਨਦਾਰ, ਹੁਣ ਠੇਕੇਦਾਰ ਸਾਨੂੰ ਵੀ ਵੇਚਦੇ ਨੇ। ਕਿਉਂ ਇਦਾਂ ਹੀ ਆ ਜੀ? ਬਿਲਕੁਲ ਬਿਲਕੁਲ ਜੀ, ਠੇਕੇਦਾਰਾਂ ਨੇ ਤਾਂ ਇੰਨਾ ਗਦਰ ਪਾਇਆ ਹੈ ਕਿ ਇਹਨਾਂ ਦੇ ਜਿਹੜੇ ਓਰੀਜਨਲ ਸਰਟੀਫਿਕੇਟ ਹੈ ਉਹ ਜਦੋਂ ਇਹਨਾਂ ਨੂੰ ਅਪਾਇੰਟ ਕਰਦਾ ਆਪਣੇ ਕੋਲ ਰੱਖ ਲੈਂਦਾ। ਅਸੀਂ ਐਡਮਿਨਿਸਟ੍ਰੇਸ਼ਨ ਦੀ ਨੌਲੇਜ 'ਚ ਲਿਆ ਚੁੱਕੇ ਹਾਂ ਇਹ ਗੱਲ ਕਿ ਇਹਨਾਂ ਨਾਲ ਐਕਸਪਲੋਇਟੇਸ਼ਨ ਹੁੰਦੀ ਹੈ, ਇਹਨਾਂ ਦੇ ਖਿਲਾਫ ਪਰਚਾ ਹੋਣਾ ਚਾਹੀਦਾ। ਇਹ ਓਰੀਜਨਲ ਸਰਟੀਫਿਕੇਟ ਰੱਖ ਲੈਂਦਾ ਤੇ ਜੇ ਕੋਈ ਬੋਲਦਾ ਤੇ 10,000 ਰੁਪਏ ਮੰਗੇ, 20,000 ਰੁਪਏ ਮੰਗੇ, ਉਹਨੂੰ ਦੇਣੇ ਪੈਂਦੇ ਆ। ਜੇ ਉਹ ਵਿੱਚ ਵਿਚਾਲੇ ਬੋਲਦਾ ਵੀ ਹੈ ਤੇ ਉਹਨੂੰ ਕੱਢ ਕੇ ਉਹ ਬਾਹਰ ਕਰਦਾ ਤੇ ਉਹ ਵਿਚਾਰਾ ਉਹਦੇ ਚੱਕਰ ਮਾਰਦਾ ਦਰਵਾਜ਼ਿਆਂ ਦੇ ਉੱਤੇ ਕਿ ਘੱਟੋ ਘੱਟ ਮੇਰੇ ਓਰੀਜਨਲ ਸਰਟੀਫਿਕੇਟ ਤਾਂ ਵਾਪਸ ਕਰ ਦੇ। ਲੇਕਿਨ ਇਹ ਅਫਸਰਸ਼ਾਹੀ ਔਰ ਇਹ ਠੇਕੇਦਾਰ ਸਾਰੇ ਆਪਸ 'ਚ ਮਿਲੇ ਹੋਏ ਆ। ਅਸੀਂ ਕਹਿ ਚੁੱਕੇ ਹਾਂ ਕਿ ਕੋਈ ਵੀ ਠੇਕੇਦਾਰ 0.1% ਤੇ ਕੰਮ ਕਿੱਦਾਂ ਕਰੇਗਾ ਜਦੋਂ ਉਹਨੂੰ 2 ਪੈਸੇ ਬਚਦੇ ਹੀ ਨਹੀਂ ਤੇ ਫਿਰ ਐਕਸਪਲੋਇਟੇਸ਼ਨ ਕੌਣ ਕਰਦਾ? ਠੇਕੇਦਾਰ ਕਰੂਗਾ ਨਾ। ਤੁਹਾਡਾ ਮਤਲਬ ਵੀ ਖੂਨ ਮਾਸ ਦਾ ਵਪਾਰ ਚੱਲ ਰਿਹਾ? ਬਿਲਕੁਲ ਚੱਲ ਰਿਹਾ। 0.1% ਤੇ ਕੋਈ ਵੀ ਠੇਕੇਦਾਰ ਕਿੱਦਾਂ ਕੰਮ ਕਰ ਸਕਦਾ? ਜਦੋਂ 2.5% ਸਰਕਾਰ ਦਿੰਦੀ ਸੀ ਤਾਂ ਕੋਈ ਠੇਕੇਦਾਰ ਬੋਲਦਾ ਨਹੀਂ ਸੀ। ਜੇ ਹੁਣ 0.1% ਤੇ ਕੰਮ ਕਰੇਗਾ ਕੋਈ ਵੀ ਠੇਕੇਦਾਰ ਤਾਂ ਉਹ ਕਿਹਦੀ ਜੇਬ ਕੱਟੇਗਾ? ਉਹ ਉਹਦੀ ਜੇਬ ਕੱਟੇਗਾ ਜਿਹਨੂੰ ਉਹਨੇ ਅਪਾਇੰਟ ਕਰਨਾ ਹੈ। ਉਹ ਉਸ ਤੋਂ 10,000 ਰੁਪਈਆ 20,000 ਰੁਪਈਆ ਐਟ ਏ ਟਾਈਮ ਲੈ ਲੈਂਦਾ ਹੈ। ਉਹ 5-7-10 ਲੱਖ ਰੁਪਈਆ ਆਪਣੀ ਜੇਬ 'ਚ ਪਾ ਕੇ ਤੇ ਚੁੱਪ ਕਰਕੇ ਬਹਿ ਜਾਂਦਾ ਤੇ ਉਹਦੇ ਵਿੱਚ ਸਰਕਾਰ ਕਹਿੰਦੀ ਹੈ ਜੀ ਸਾਨੂੰ ਤਾਂ 0% 0.1% ਤੇ ਫਾਇਦਾ ਕਿ ਸਾਨੂੰ 1 ਵੀ ਦੇਣੀ ਨਹੀਂ ਪੈਂਦੀ। ਤੁਹਾਡਾ ਮਤਲਬ ਪ੍ਰਸ਼ਾਸਨ ਦੇ ਅਧਿਕਾਰੀ ਰਲ ਕੇ ਤੁਹਾਡੀ ਬੋਲੀ ਪਾਉਂਦੇ ਨੇ। ਬਿਲਕੁਲ। ਸਿਟੀ ਦੇ ਲੀਡਰ ਖੜੇ ਨੇ। ਮੈਨੂੰ ਯਾਦ ਆ ਰਿਹਾ ਕੁਲਦੀਪ ਸਿੰਘ ਜਿਹਨੂੰ ਪ੍ਰਧਾਨ ਜੀ ਕਹਿੰਦੇ ਸੀ, ਕਿਤੇ ਉਹ ਨਾਅਰਾ ਲਾਉਂਦਾ ਸੀ ਸਾਰਾ ਚੰਡੀਗੜ੍ਹ ਹਿਲਦਾ ਸੀ। ਹੁਣ ਪਤਾ ਲੱਗਾ ਵੀ ਤੁਹਾਡੀਆਂ ਬੱਸਾਂ ਜਿਹੜੀਆਂ ਉਹਨਾਂ ਤੇ ਵੀ ਠੇਕੇਦਾਰ ਆ ਰਹੇ ਆ। ਤਰਲੋਚਨ ਜੀ, ਪਹਿਲਾਂ ਤਾਂ ਪੀਟੀਸੀ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਤੁਸੀਂ ਐਡਾ ਉਪਰਾਲਾ ਕੀਤਾ ਹੈ। ਅੱਜ ਅਸੀਂ ਇਕੱਠੇ ਹੋਏ ਹਾਂ ਔਰ ਤੁਸੀਂ ਇਹ ਗੱਲ ਨੂੰ ਆਪਣੇ ਪੇਸ਼ ਕਰ ਰਹੇ ਹੋ ਲੋਕਾਂ ਦੇ ਸਾਹਮਣੇ ਔਰ ਟੀਵੀ ਦੇ ਉੱਤੇ ਦਿਖਾ ਰਹੇ ਹੋ। ਬਹੁਤ ਵਧੀਆ ਗੱਲ ਹੈ, ਤੁਹਾਡਾ ਧੰਨਵਾਦ ਹੈ ਸਰ। ਮੈਂ ਇਹ ਗੱਲ ਇਹ ਕਹਿਣੀ ਚਾਹੁੰਦਾ ਵੀ 1966 ਦੇ ਵਿੱਚ ਜਦ ਚੰਡੀਗੜ੍ਹ ਬਣੇ ਤਾਂ ਲੀ ਕਾਰਬੂਜੀਏ ਤੇ MS ਰੰਧਾਵਾ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਹੈਰੀਟੇਜ ਦੇ ਤੌਰ ਤੇ ਸੰਭਾਲ ਕੇ ਰੱਖਿਆ। ਬਹੁਤ ਅੱਛੀ ਗੱਲ, ਬਿਲਕੁਲ। ਔਰ CTU ਨੂੰ ਅਸੀਂ ਹੈਰੀਟੇਜ ਮੰਨਦੇ ਹਾਂ। ਇਹ ਪਬਲਿਕ ਸਰਵਿਸ ਹੈ, ਇਹਦੇ ਵਿੱਚ ਨੋ ਪ੍ਰੋਫਿਟ ਨੋ ਲਾਸ ਹੁੰਦਾ ਹੈ। ਪਰ 2010 ਦੇ ਵਿੱਚ ਇੱਥੇ ਜੈਨਮ ਦੇ ਨਾਂ ਤੇ ਇੱਕ ਸਕੀਮ ਸ਼ੁਰੂ ਕੀਤੀ, 4 ਨੰਬਰ ਡਿਪੂ ਆਇਆ। ਉਹਦੇ ਵਿੱਚ ਵਰਕਸ਼ਾਪ ਸਿਰਫ ਪ੍ਰਾਈਵੇਟ ਸੀਗੀ ਤਾਂ ਸਾਨੂੰ ਉਸ ਟਾਈਮ ਲੀਡਰਸ਼ਿਪ ਨੇ ਨਹੀਂ ਦੇਖਿਆ ਵੀ ਇਹ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ, ਚੁੱਪ ਵੱਟ ਲਈ। ਪਰ ਉਹ ਬੱਸਾਂ ਬੜੀਆਂ ਦੇਖਣ ਨੂੰ ਸੋਹਣੀਆਂ ਲੱਗਦੀਆਂ ਸੀ, ਪਰ ਉਹਦੀ ਸ਼ੁਰੂਆਤ ਹੁੰਦੇ ਅੱਜ ਜਦ ਸਾਡੇ ਉਹ ਗਲ ਤੱਕ ਪੈ ਗਈ। ਅੱਜ ਇਲੈਕਟ੍ਰਿਕ ਬੱਸਾਂ ਕਿਲੋਮੀਟਰ ਸਕੀਮ ਦੇ ਨਾਂ ਦੇ ਉੱਤੇ ਚੰਡੀਗੜ੍ਹ ਦੇ ਵਿੱਚ ਪਾਉਣ ਦੀ ਜਿਹੜੀ ਹੈ ਕੁਝ ਹੀ ਚਾਲ ਚੱਲੀ ਜਾ ਰਹੀ ਹੈ। ਔਰ ਦੇਖੋ ਨਵੰਬਰ 1998 ਦਾ ਹੋਮ ਡਿਪਾਰਟਮੈਂਟ ਚੰਡੀਗੜ੍ਹ ਦਾ ਇੱਕ ਹੈਗਾ ਉਹ ਆਪਣਾ ਨੋਟੀਫਿਕੇਸ਼ਨ ਹੈ ਕਿ ਕੋਈ ਵੀ ਪਰਸਨ ਪ੍ਰਾਈਵੇਟ ਜਾਂ ਕੋਈ ਵੀ ਏਜੰਸੀ ਇੱਥੇ ਆਪਰੇਟ ਨਹੀਂ ਕਰ ਸਕਦੀ CTU ਤੋਂ ਬਿਨਾਂ। ਪਰ ਫਿਰ ਵੀ ਸਰਕਾਰ ਆਪਣੀ ਮਰਜ਼ੀ ਕਰ ਰਹੀ ਹੈ। ਔਰ ਜਿੱਦਾਂ ਰਾਣਾ ਜੀ ਨੇ ਕਿਹਾ ਵੀ ਆਊਟਸੋਰਸ ਦੀ ਗੱਲ ਸਰ ਨੰਗਾ ਨਾਚ ਚੱਲ ਰਿਹਾ ਔਰ ਅਫਸਰਾਂ ਦੀ ਮਿਲੀ ਭੁਗਤ ਤੋਂ ਬਿਨਾਂ ਇਹ ਚੀਜ਼ ਸੰਭਵ ਨਹੀਂ ਹੈ। ਬਿਲਕੁਲ ਅਸੀਂ ਇਕੱਠੇ ਇਸ ਕਰਕੇ ਹੋਏ ਹਾਂ ਕਿਉਂਕਿ ਇਹ ਸ਼ੌਕ ਵਾਸਤੇ ਇਕੱਠੇ ਨਹੀਂ ਹੋਏ, ਸਾਡੀ ਹੁਣ ਮਜਬੂਰੀ ਬਣ ਗਈ ਹੈ ਇਕੱਠੇ ਹੋਣਾ। ਔਰ ਇਕੱਠੇ ਹੋ ਕੇ ਹੁਣ ਅਸੀਂ ਇਹਨਾਂ ਦੀ ਬਿਲਕੁਲ ਅਸੀਂ ਇੱਥੇ ਇੱਟ ਨਾਲ ਇੱਟ ਖੜਕਾ ਦੇਵਾਂਗੇ ਚੰਡੀਗੜ੍ਹ। ਇੱਟ ਨਾਲ ਇੱਟ ਖੜਕਾਓਗੇ। ਰਜਿੰਦਰ ਕੁਮਾਰ ਜੀ, ਤੁਸੀਂ ਉਸ ਫੈਡਰੇਸ਼ਨ ਦੇ ਲੀਡਰ ਦੇ ਜਿਹਦੇ ਪ੍ਰਧਾਨ ਰਘਬੀਰ ਸਿੰਘ ਸੰਧੂ ਰਹੇ ਨੇ, ਜਿਹਦੇ ਪ੍ਰਧਾਨ ਜਨਰਲ ਸਕੱਤਰ ਪ੍ਰਤਾਪ ਸਿੰਘ ਲਾਂਬਾ ਰਹੇ ਨੇ। ਕਹਿੰਦੇ ਨੇ ਵੀ ਇਹ ਜੋੜੀ ਸੀ ਜਿਹੜੀ ਇਹਨੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ, ਪਰ ਲੱਗਦਾ ਨਹੀਂ ਵੀ ਤੁਸੀਂ ਸਾਰਾ ਕੁਝ ਖੰਡਾ ਦਿੱਤਾ। ਤੁਹਾਡੀ ਫੁੱਟ ਨੇ UT ਦੇ ਮੁਲਾਜ਼ਮਾਂ ਨੂੰ ਠੇਕੇਦਾਰਾਂ ਦੇ ਹੱਥਾਂ 'ਚ ਫੜਾਤਾ। ਬਿਲਕੁਲ ਜੀ ਤਰਲੋਚਨ ਜੀ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਪਰ ਉਹਦਾ ਫਾਇਦਾ ਜਿਹੜੀ ਸਾਡੀ ਫੁੱਟ ਦਾ ਫਾਇਦਾ ਹੀ ਪ੍ਰਸ਼ਾਸਨ ਨੇ ਚੱਕਿਆ ਹੈ। ਤੇ ਹੁਣ ਇਹ ਜਿਹੜਾ ਹਿੱਲਾ ਕੀਤਾ ਹੈ ਸਾਡੇ ਜੋਸ਼ੀ ਜੀ, ਅਸ਼ਵਨੀ ਜੀ, ਸਾਰੇ ਵਿਪਨ ਜੀ ਨੇ ਉਹਨਾਂ ਨੇ ਰਲ ਕੇ ਇੱਕ ਮੰਚ ਬਣਾਇਆ ਜਿੱਦਾਂ ਪੰਜਾਬ 'ਚ ਬਣਿਆ ਮੰਚ, ਇਸੇ ਤਰ੍ਹਾਂ ਕਿਸਾਨ ਜਥੇਬੰਦੀਆਂ। ਥੋੜਾ ਮੈਨੂੰ ਮੰਚ ਬਾਰੇ ਦੱਸਿਓ, ਕਿੰਨੀਆਂ ਜਥੇਬੰਦੀਆਂ ਇਕੱਠੀਆਂ ਹੋਈਆਂ, ਕਿਵੇਂ ਤੁਸੀਂ ਇਕੱਠੇ ਹੋਏ, ਕਿਵੇਂ ਮੰਨ ਗਏ ਸਾਰੇ? ਸਰ ਇਹਦੇ ਵਿੱਚ ਐਵੇਂ ਹੋਇਆ ਜਦ ਮੁਲਾਜ਼ਮਾਂ ਦੀਆਂ ਮੰਗਾਂ ਦੇ ਪ੍ਰਤੀ ਪ੍ਰਸ਼ਾਸਨ ਸੱਦ ਮੀਟਿੰਗਾਂ ਸਾਨੂੰ ਲੋਲੀਪੌਪ ਫੜਾਉਂਦਾ ਰਿਹਾ 6-7 ਜਥੇਬੰਦੀਆਂ ਨੂੰ, ਤੇ ਕੁਝ ਵੀ ਪਿਛਲੇ 3-4 ਸਾਲਾਂ 'ਚ ਨਹੀਂ ਮਿਲਿਆ। ਤੇ ਮੁਲਾਜ਼ਮ ਜਥੇਬੰਦੀਆਂ ਤੇ ਮੁਲਾਜ਼ਮਾਂ ਦੀ ਮੰਗ ਸੀ ਕਿ ਵੀ ਇਹਨਾਂ ਨੂੰ ਇਕੱਠੇ ਕੀਤਾ ਜਾਵੇ। ਅਸੀਂ ਆਪਣੇ ਹਬੀਲੇ ਵੀ ਕਰਦੇ ਰਹੇ ਹਾਂ। ਸਾਡੇ ਮੁਲਾਜ਼ਮ ਜਿਹੜੇ ਆ ਗਰਾਊਂਡ ਲੈਵਲ ਤੇ ਉਹਨਾਂ ਨੇ ਵੀ ਸਾਨੂੰ ਜਥੇਬੰਦੀਆਂ ਦੇ ਲੀਡਰਾਂ ਨੂੰ ਕਿਹਾ ਵੀ ਤੁਸੀਂ ਇਕੱਠੇ ਹੋ ਕੇ ਲੜਾਈ ਲੜੋ ਤਾਂ ਹੋਣਾ। ਜਿਵੇਂ ਕਿਸਾਨ ਇਕੱਠੇ ਹੋਏ ਆ, ਜਿਵੇਂ ਪੰਜਾਬ ਦੇ ਵਿੱਚ ਮੰਚ ਇਕੱਠਾ ਹੋਇਆ, ਉਸੇ ਤਰ੍ਹਾਂ ਫਿਰ ਲੜਨ ਦੀ ਇਹ ਮੰਚ ਬਣਾਇਆ ਗਿਆ। ਤੇ ਉਹਦੇ ਵੇਸ ਦੇ ਉੱਤੇ ਹੁਣ ਮੁਲਾਜ਼ਮਾਂ ਦੀਆਂ ਜਾਇਜ਼ ਮੰਗਾਂ, ਹੱਕੀ ਮੰਗਾਂ ਜਿਨ੍ਹਾਂ ਨੂੰ ਬਿਲਕੁਲ ਪ੍ਰਸ਼ਾਸਨ ਦੇ ਹੱਕ ਵਿੱਚ ਆ ਜਾਂ ਪ੍ਰਸ਼ਾਸਨ ਉਹਨੂੰ ਮੰਨਣ ਦੀ ਆਪਣੀ ਪਾਵਰ ਰੱਖਦਾ ਹੈ, ਉਹਨਾਂ ਮੰਗਾਂ ਨੂੰ ਮਨਾਉਣ ਲਈ ਹੁਣ ਸੰਘਰਸ਼ ਜਿਹੜਾ ਬਹੁਤ ਜਲਦ ਉਲੀਕਿਆ ਜਾਣਾ। ਇਹ ਮੰਚ ਦੇ ਵਿੱਚ
ਸਾਰੀਆਂ ਜਥੇਬੰਦੀਆਂ ਚੰਡੀਗੜ੍ਹ ਦੀਆਂ ਇਕੱਠੀਆਂ ਹੋ ਗਈਆਂ। ਇੱਕ ਜਥੇਬੰਦੀ ਅਜੇ ਬਾਹਰ ਹੈ, ਉਮੀਦ ਹੈ ਕਿ ਉਹ ਵੀ ਆ ਜਾਏਗੀ। ਅਸੀਂ ਸਾਰਿਆਂ ਨੂੰ ਇੱਥੋਂ ਅਪੀਲ ਕਰਦੇ ਹਾਂ, ਮੇਰੇ ਸਾਰੇ ਸਾਥੀਆਂ ਨੇ ਅਪੀਲ ਕੀਤੀ ਹੈ ਵੀ ਸਾਰੀਆਂ ਜਥੇਬੰਦੀਆਂ ਜਿਹੜੀ ਕੋਈ ਇੱਕ ਅੱਧੀ ਵਾਰ ਰਹਿ ਗਈ ਹੈ ਉਹ ਵੀ ਇਸ ਮੰਚ ਤੇ ਆਣ। ਮੇਰਾ ਇੱਕ ਮੁੱਦਾ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਲ ਇੱਕੋ ਹੀ ਇਹ ਮਸਲਾ ਹੈ ਕਿ ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਕੰਪੈਸ਼ਨੇਟ ਤਰਸ ਦੇ ਆਧਾਰ ਤੇ ਨੌਕਰੀਆਂ ਦੇਣ ਦੇ ਲਈ ਵੀ ਦੋਗਲੀ ਨੀਤੀ ਕੀਤੀ ਜਾ ਰਹੀ ਹੈ। ਪੁਲਿਸ ਦੇ ਵਿੱਚ ਨੌਕਰੀਆਂ ਦਿੱਤੀਆਂ ਜਾ ਰਹੀਆਂ, ਚੰਡੀਗੜ੍ਹ ਪ੍ਰਸ਼ਾਸਨ ਦੇ ਵਿੱਚ ਸਾਡੇ ਕਰਮਚਾਰੀ ਜਿਨ੍ਹਾਂ ਦੀ ਮੌਤ ਹੋ ਚੁੱਕੀ ਹੈ, 1300 ਤੋਂ ਉੱਪਰ ਮੁਲਾਜ਼ਮ ਹੈ, 550 600 ਮੁਲਾਜ਼ਮ ਹੈਲਥ ਡਿਪਾਰਟਮੈਂਟ 'ਚ ਆ, ਬਾਕੀ ਡਿਪਾਰਟਮੈਂਟਾਂ 'ਚ। ਉਹਨਾਂ ਦੇ ਬੱਚੇ ਵੀ ਸੜਕਾਂ ਤੇ ਰੁਲ ਰਹੇ ਆ, ਮਕਾਨ ਖਾਲੀ ਕਰਾ ਰਿਹਾ ਜਾਂਦਾ, ਪੜ੍ਹਾਈ ਉਹਨਾਂ ਦੀ ਰੁਲ ਜਾਂਦੀ ਹੈ। ਤੇ ਇਹ ਪ੍ਰਸ਼ਾਸਨ ਦਾ ਫੈਸਲਾ ਜਿਹੜਾ ਜਦ ਤੁਹਾਡਾ ਮਤਲਬ ਜਿਹੜੇ ਮ੍ਰਿਤਕ ਮੁਲਾਜ਼ਮਾਂ ਨੇ ਮੁਲਾਜ਼ਮ ਨੇ ਉਹਨਾਂ ਤੇ ਵੀ ਪ੍ਰਸ਼ਾਸਨ ਨੂੰ ਤਰਸ ਨਹੀਂ ਆ ਰਿਹਾ। ਕਟੋਰ ਸਾਹਿਬ ਕਈ ਸਾਲ ਹੋ ਗਏ ਤੁਹਾਡੇ ਹੱਥ 'ਚ ਝੰਡਾ ਡੰਡਾ ਹੁੰਦਾ, ਨਾਅਰੇ ਹੁੰਦੇ, ਲੱਗਦਾ ਨਹੀਂ ਵੀ ਡਿਊਟੀ ਪ੍ਰਸ਼ਾਸਨ ਵਿੱਚ ਨਾਅਰਿਆਂ ਦਾ ਕੋਈ ਅਸਰ ਨਹੀਂ? ਤਲੋਚਨ ਜੀ ਤੁਸੀਂ ਬਹੁਤ ਸਿਆਣੇ ਪੱਤਰਕਾਰ ਹੋ, ਕਿਉਂਕਿ ਮੈਨੂੰ ਯਾਦ ਹੈ ਤੁਸੀਂ ਇੱਕ ਵਾਰੀ ਲੇਖ ਲਿਖਿਆ ਸੀਗਾ 94 ਸ਼ਾਇਦ 95 ਦੀ ਗੱਲ ਹੈ ਵੀ ਸ਼ਹਿਰ ਦੀਆਂ ਸੜਕਾਂ ਚੌੜੀਆਂ ਹੋ ਗਈਆਂ ਔਰ ਟ੍ਰੇਡ ਯੂਨੀਅਨਾਂ ਸੁੰਗੜ ਗਈਆਂ। ਅਸੀਂ ਪੰਜਾਬੀ 'ਚੋਂ ਬੜਾ ਧਿਆਨ ਨਾਲ ਪੜ੍ਹਿਆ ਸੀਗਾ ਔਰ ਉਸ ਦੌਰਾਨ ਤੋਂ ਬਾਅਦ ਜਿਉਂ ਟ੍ਰੇਡ ਯੂਨੀਅਨ ਲੀਡਰਾਂ ਨੂੰ ਇੱਕ ਬੁਖਾਰ ਚੜ੍ਹ ਗਿਆ ਵੀ ਥੈਲਾ ਚੁੱਕ, ਇਹ ਉਹਦੀ ਜਿਹੜਾ ਰਿਜ਼ਲਟ ਹੈ ਉਹ ਚੰਡੀਗੜ੍ਹ ਪ੍ਰਸ਼ਾਸਨ ਸਾਨੂੰ ਦੇ ਰਿਹਾ। ਉਹ ਜਿਹੜਾ ਥੈਲਾ ਚੁੱਕ ਲੀਡਰਸ਼ਿਪ ਕਰਕੇ ਇਹ ਦਿਨ ਦੇਖਣੇ ਪੈ ਰਹੇ। ਬਿਲਕੁਲ, ਉਹ ਜਾਨੀ ਕਿ ਉਹ ਜਿਹੜਾ ਪ੍ਰਸ਼ਾਦ ਆ ਸਾਡੇ ਝੋਲੀ 'ਚ ਪਾਇਆ ਗਿਆ। ਹੁਣ ਜਿਹੜੇ ਲੀਡਰਸ਼ਿਪ ਹੈ ਇਹਨਾਂ ਨੇ ਸਾਰੇ ਪਾਸੇ ਮਤਲਬ ਕਿ ਦੇਖ ਕੇ ਜਿਹੜੇ ਇਮਾਨਦਾਰ ਹੈ ਉਹ ਲੜਨ ਨੂੰ ਤਿਆਰ ਖੜੇ ਹੈ ਵੀ ਸਰਕਾਰ ਨਾਲ ਅਸੀਂ ਲੜਨਾ। ਸਾਡੇ ਬਜ਼ੁਰਗਾਂ ਨੇ ਰੈਗੂਲਰ ਡਿਪਾਰਟਮੈਂਟ ਸਾਨੂੰ ਦਿੱਤੇ ਹੈ ਦੇਸ਼ ਦੀ ਆਜ਼ਾਦੀ ਤੋਂ ਬਾਅਦ। ਅਸੀਂ ਅੱਗੇ ਬੱਚਿਆਂ ਨੂੰ ਯਾਨੀ ਕਿ ਕੰਟੈਕਟ ਸਿਸਟਮ ਨਹੀਂ ਦੇਣਾ, ਅਸੀਂ ਰੈਗੂਲਰ ਡਿਪਾਰਟਮੈਂਟ ਦੇਣੇ। ਇਸ ਕਰਕੇ ਇਹ ਲੜਾਈ ਜਿਹੜੀ ਸਾਂਝੇ ਹੋ ਕੇ ਅਸੀਂ ਇਕੱਠੇ ਲੜ ਰਹੇ ਹਾਂ, ਕਿਉਂਕਿ ਇਹ ਨਾ ਪਾਣੀ ਨੂੰ ਛੱਡ ਰਹੇ, ਪਾਣੀ 24 ਘੰਟੇ ਵੇਚਣ ਦੀ ਪੂਰੀ ਤਿਆਰੀ ਕਰ ਚੁੱਕੀ ਹੈ, ਕਿਉਂਕਿ ਮਨੀ ਮਾਜਰੇ ਦਾ ਸ਼ੁਰੂ ਹੋ ਚੁੱਕਾ ਕੰਮ, ਕਿਸੇ ਤੋਂ ਛੁਪੇ ਨਹੀਂ ਹੋਇਆ। ਜਿਹੜਾ ਲਾਸ ਪਾਣੀ ਦੇ ਵਿੱਚ ਚੱਲ ਰਿਹਾ, ਕਿਉਂਕਿ ਇਹ ਲਾਸ ਇਦਾਂ ਨਹੀਂ ਚੱਲਿਆ ਕਿਉਂਕਿ ਜਿਹੜੇ ਸਾਡੇ ਅਧਿਕਾਰੀ ਰਹੇ ਹੈ ਉਹਨਾਂ ਨੇ ਆਪਣੀਆਂ ਜੇਬਾਂ ਭਰੀਆਂ, ਰੱਜ ਕੇ ਭਰੀਆਂ। ਅਗਰ ਕਿਤੇ ਇਨਕੁਆਇਰੀ ਕਰ ਦਿੱਤੀ ਜਾਵੇ, ਕਿਉਂਕਿ ਪਹਿਲੇ ਮੈਨੂੰ ਯਾਦ ਹੈ ਸਾਡੇ ਬਜ਼ੁਰਗ ਦੱਸਦੇ ਆ ਕਿ ਸਾਈਕਲ ਵੀ ਖਰੀਦਣੀ ਕਿਸੇ ਨੇ, ਜਾਂ ਕਿਤੇ ਟੇਪ ਰਿਕਾਰਡ ਵੀ, ਰੇਡੀਓ ਵੀ ਖਰੀਦਣਾ, ਜਾਂ ਫ੍ਰਿਜ ਖਰੀਦਣਾ, ਕੋਈ ਸਕੂਟਰ ਖਰੀਦਣਾ, ਸਰਕਾਰ ਕੋਲੋਂ ਪਰਮਿਸ਼ਨ ਲੈਣੀ ਪੈਂਦੀ ਹੈ। ਕੁੱਤਾ ਬਿੱਲਾ ਖਰੀਦਣਾ ਪਰਮਿਸ਼ਨ ਲੈਣੀ ਪੈਂਦੀ ਹੈ। ਹੁਣ ਤਾਂ ਚਾਹੇ ਜਹਾਜ਼ ਦੇ ਬਾਹਰ ਫੋਰਨ ਕੰਟਰੀ ਘੁੰਮਣ ਕੋਈ ਕਿਸੇ ਨੂੰ ਪੁੱਛਦਾ ਨਹੀਂ। ਉਹਦਾ ਕਾਰਨ ਇਹੀ ਹੈ ਵੀ ਥੈਲਾ ਚੁੱਕਣ ਵਾਲੇ ਲੀਡਰ ਜ਼ਿੰਮੇਵਾਰ ਨੇ। ਇਹ ਠੇਕਾ ਮੁਲਾਜ਼ਮਾਂ ਦੇ ਲੀਡਰ ਖੜੇ ਨੇ, ਠੇਕਾ ਜਿਹੜੇ ਮੁਲਾਜ਼ਮ ਨੇ ਕਿੱਦਾਂ ਸ਼ੋਸ਼ਣ ਹੁੰਦਾ ਉਹਨਾਂ ਦਾ? ਇੱਦਾਂ ਜੀ, ਚੰਡੀਗੜ੍ਹ ਪ੍ਰਸ਼ਾਸਨ ਨੇ 1995 'ਚ ਜਿਹੜਾ ਕੰਟਰੈਕਟ ਸਿਸਟਮ ਸ਼ੁਰੂ ਕੀਤਾ, ਜਿਹਦੇ ਅੰਦਰ ਡਾਇਰੈਕਟ ਜਿਹੜੇ ਹੈ ਪ੍ਰਸ਼ਾਸਨ ਨੇ ਆਪਣੇ ਅੰਡਰ ਜਿਹੜੇ ਹੈ ਕੰਟਰੈਕਟ ਇੰਪਲਾਈ ਲਿੱਤੇ, ਜਿਹੜੇ ਕਿ ਇੱਕ ਪ੍ਰੋਪਰ ਪ੍ਰੋਸੀਜਰ ਨਾਲ ਵੀ ਰੱਖੇ ਗਏ। ਅੱਜ 25 ਸਾਲਾਂ ਬਾਅਦ ਵੀ ਉਹਨਾਂ ਲਈ ਕੋਈ ਰੈਗੂਲਰਾਈਜੇਸ਼ਨ ਦੀ ਪਾਲਿਸੀ ਨਹੀਂ ਹੈ। ਔਰ ਇੱਕ ਚੰਡੀਗੜ੍ਹ ਦੀ ਜਿਹੜੀ ਇੱਕ ਕਨਸਟੀਟਿਊਸ਼ਨਲ ਅਨੋਮਲੀ ਹੈ, ਇੱਕ ਸੰਵਿਧਾਨਿਕ ਵਿਸੰਗਤੀ ਹੈ, ਇਹਦਾ ਜਿਹੜਾ ਅਫਸਰਸ਼ਾਹੀ ਜਿਹੜਾ ਹੈ ਇਹਦਾ ਬੜਾ ਇਸਤੇਮਾਲ ਕਰਦੀ ਹੈ। ਪਿਕ ਐਂਡ ਚੂਜ਼ ਦੀ ਇੱਥੇ ਨੀਤੀ ਹੈ। ਜਦੋਂ ਚੰਡੀਗੜ੍ਹ 'ਚ ਪੰਜਾਬ ਦੇ ਰੂਲ ਸਾਰੇ ਲੱਗਦੇ, ਨੀਤੀਆਂ ਲੱਗਦੀਆਂ, ਤੇ 2011 ਦੀ ਜਿਹੜੀ ਕੰਟਰੈਕਟ ਇੰਪਲਾਈਜ਼ ਨੂੰ ਪੱਕੇ ਕਰਨ ਦੀ 3 ਸਾਲਾਂ ਬਾਅਦ ਜਿਹੜੀ ਪਾਲਿਸੀ ਸੀ ਉਹ ਚੰਡੀਗੜ੍ਹ ਪ੍ਰਸ਼ਾਸਨ ਨੇ ਅੱਜ ਤੱਕ ਨਹੀਂ ਇੱਥੇ ਅਪਣਾਈ। ਐਮਸੀ ਦਾ ਇੱਥੇ ਇੱਕ ਏਜੰਡਾ ਪਾਸ ਹੋਇਆ ਸੀਗਾ, ਉਹਦੇ ਅੰਦਰ 10 ਸਾਲ ਵਾਲਿਆਂ ਨੂੰ ਪੱਕਾ ਕਰਨ ਲਈ ਇੱਕ ਮਿਆਦ ਚੱਲੀ ਸੀ, ਉਹ ਵੀ ਜਿਹੜੀ ਹੈ ਪ੍ਰਸ਼ਾਸਨ ਨੇ ਉਹਨੂੰ ਨਕਾਰ ਦਿੱਤਾ। ਹਾਲਾਂਕਿ ਡੇਲੀ ਵੇਜਰ ਵਾਲਿਆਂ ਨੂੰ ਜਿਹੜਾ ਹੈ 10 ਸਾਲ ਵਾਲਿਆਂ ਨੂੰ ਪੱਕਾ ਕੀਤਾ ਗਿਆ। ਤੇ ਚੰਡੀਗੜ੍ਹ 'ਚ ਮੈਂ ਇਹ ਕਹਿਣਾ ਚਾਹਾਂਗਾ ਵੀ ਇੱਥੇ ਕੋਈ ਕਿਸੇ ਮਾਈ ਬਾਪ ਨਹੀਂ ਹੈਗਾ। ਔਰ ਜੇ ਪੰਜਾਬ ਦੇ ਰੂਲ ਲੱਗਦੇ ਆ ਤਾਂ ਸੈਂਟਰ ਬਣ ਜਾਂਦੇ ਆ, ਜੇ ਸੈਂਟਰ 'ਚੋਂ ਕੋਈ ਫਾਇਦਾ ਤਾਂ ਪੰਜਾਬ ਬਣ ਜਾਂਦੇ ਆ। ਤੇ ਇਸ ਕਰਕੇ ਜਿਹੜਾ ਹੈ ਇੱਥੇ ਬੜਾ ਜਿਹੜਾ ਕੰਟਰੈਕਟ ਕਰਮੀਆਂ ਦਾ ਬੜਾ ਸ਼ੋਸ਼ਣ ਹੋ ਰਿਹਾ। ਤੁਹਾਡਾ ਮਤਲਬ ਮਾਈ ਬਾਪ ਕੋਈ ਨਹੀਂ ਗਾ, ਮਾਈ ਬਾਪ ਲੀਡਰਸ਼ਿਪ ਹੁੰਦੀ। ਜੇ ਲੀਡਰਸ਼ਿਪ ਹੀ ਖਿੰਡ ਜਾਊਗੀ ਤੇ ਫਿਰ ਪ੍ਰਸ਼ਾਸਨ ਤੇ ਫਾਇਦਾ ਉਠਾਊਗਾ। ਅਸ਼ਵਨੀ ਕੁਮਾਰ ਜੀ ਬਹੁਤ ਵੱਡਾ ਨਾਂ ਹੈ, ਜਦੋਂ ਦੇਖੀਦਾ ਨਾਅਰੇ ਤੁਹਾਡੇ ਮੂੰਹ 'ਚ ਹੁੰਦੇ ਨੇ, ਕਿਉਂ ਨਹੀਂ ਕੁਝ ਵੀ ਮਿਲਿਆ ਤੁਹਾਨੂੰ? ਚੰਡੀਗੜ੍ਹ ਪ੍ਰਸ਼ਾਸਨ ਦੀ ਇੱਕ ਤਰਾਸਦੀ ਰਹੀ ਆ। ਛੋਟਾ ਸ਼ਹਿਰ, ਮੁਲਾਜ਼ਮਾਂ ਦਾ ਸ਼ਹਿਰ, ਮੁਲਾਜ਼ਮ ਵੰਡੇ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਦਾ ਫਾਇਦਾ ਲਿਆ ਆ। ਅੱਜ ਸਾਨੂੰ ਲੋੜ ਸੀ ਇੱਥੇ ਜੋ ਗੌਰਮੈਂਟ ਇੰਡੀਆ ਦੀਆਂ ਮਜ਼ਦੂਰ ਮੁਲਾਜ਼ਮ ਵਿਰੋਧੀ ਪਾਲਿਸੀਆਂ ਆ ਰਹੀਆਂ ਸੀ, ਉਹਨਾਂ ਪਾਲਿਸੀਆਂ ਜਿਹੜੀਆਂ ਸੀ ਉਹ ਬਿਲਕੁਲ ਮੁਲਾਜ਼ਮ ਦੇ ਹੱਕ ਦੇ ਵਿੱਚ ਨਹੀਂ ਸੀ। ਉਹਨਾਂ ਪਾਲਿਸੀਆਂ ਨੂੰ ਦੇਖਦੇ ਹੋਇਆ ਅਸੀਂ ਸਾਰਿਆਂ ਨੇ ਵਿਚਾਰ ਵਟਾਂਦਰਾ ਕੀਤਾ, ਕਿਉਂ ਨਾ ਇੱਕ ਵੱਡਾ ਮੰਚ ਬਣਾਇਆ ਜਾਏ। ਉਹ ਮੰਚ ਅਸੀਂ ਸੰਯੁਕਤ ਕਰਮਚਾਰੀ ਜਿਹੜਾ ਮੋਰਚਾ ਹੀ ਬਣਾ ਦਿੱਤਾ ਆ। ਉਹਦੇ ਵਿੱਚ ਜਿਹੜੀਆਂ ਮੇਨ ਮੰਗਾਂ ਨੂੰ ਲੈ ਕੇ ਅਸੀਂ ਇੱਥੇ ਲੜਾਈ ਲੜਨੀ। ਸਭ ਤੋਂ ਵੱਡਾ ਮੁੱਦਾ ਇਸ ਵੇਲੇ ਸਾਡੇ ਵਿੱਚ ਆ ਜਿਹੜਾ ਪ੍ਰਾਈਵੇਟਾਈਜੇਸ਼ਨ ਦਾ ਆ ਰਿਹਾ, ਨਿੱਜੀਕਰਨ ਦਾ ਆ ਰਿਹਾ, ਬਿਜਲੀ ਦਾ ਨਿੱਜੀਕਰਨ ਆ ਰਿਹਾ, ਜਿਹੜਾ ਉਹਦਾ ਜਿਹੜਾ ਨੁਕਸਾਨ ਜਿੱਥੇ ਮੁਲਾਜ਼ਮਾਂ ਨੂੰ ਆ, ਉੱਥੇ ਸਭ ਤੋਂ ਵੱਡਾ ਨੁਕਸਾਨ ਜਿਹੜਾ ਆ ਇੱਥੇ ਜੇ ਕੰਜ਼ਿਊਮਰ ਆ ਉਹਨਾਂ ਨੂੰ ਇਹਦਾ ਨੁਕਸਾਨ ਹੋਣਾ ਆ। ਉਹ ਇਸ ਕਰਕੇ ਮੰਚ ਬਣਾਇਆ। ਦੂਸਰਾ
ਚੰਡੀਗੜ੍ਹ ਦੇ तमाम ਜਿਹੜੇ ਅਦਾਰੇ ਉੱਥੇ ਬਹੁਤ ਸਾਰੇ ਖਾਲੀ ਪੋਸਟਾਂ ਪਈਆਂ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਜਿਹੜੀਆਂ ਪੋਸਟਾਂ ਨਹੀਂ ਭਰੇ ਜਿਹੜੀਆਂ ਉਲਟਾ ਕੀ ਕਰ ਰਹੇ ਨੇ, ਉਹਦੇ ਉੱਤੇ ਆਊਟਸੋਰਸਿੰਗ ਜਿਹੜੇ ਵਰਕਰ ਲਾ ਰਹੇ ਨੇ। ਆਊਟਸੋਰਸਿੰਗ ਦਾ ਵਰਕਰ ਦਾ ਜਿਹੜਾ ਸ਼ੋਸ਼ਣ ਇੱਥੇ ਚੰਡੀਗੜ੍ਹ ਪ੍ਰਸ਼ਾਸਨ ਔਰ ਇੱਥੇ ਜਿਮ ਦੇ ਰਾਹੀਂ ਜਿਹੜੇ ਠੇਕੇਦਾਰ ਆ ਉਹਦਾ ਲਗਾਤਾਰ ਜਿਹੜਾ ਸ਼ੋਸ਼ਣ ਜਿਹੜਾ ਸ਼ੋਸ਼ਣ ਕਰ ਰਹੇ ਆ। ਠੇਕਾ ਮੁਲਾਜ਼ਮਾਂ ਦੀ ਆਵਾਜ਼ ਉਠਾਉਂਦੇ ਜੇ ਤੁਸੀਂ, ਲੱਗਦਾ कुछ बनू? ठेका मुलाजमों की जड़ी आवाज़ है, हम बार बार प्रशासन से एक ही चीज़ कहते हैं कि जो आप गैर संवैधानिक चीज़ें कर रहे हैं संवैधानिक सीट पे बैठ के, ये देश को और देश के नागरिक को शोभा नहीं देता। हम हमेशा चंडीगढ़ प्रशासन से एक ही चीज़ कहते हैं, अगर वर्करों की मांगे गैर संवैधानिक है, टेबल पे बैठ के बातचीत कर लीजिए, हम उसको छोड़ देंगे। अगर हमारी डिमांड संवैधानिक है और हम उसको सबूत के तौर पे रखते हैं, उस चीज़ को जो है जब सबूत के तौर पे रखते हैं तो फिर भी आप गैर संवैधानिक चीज़ें लेके क्यों चलते हैं? यानी कि आप संविधान की सीट पे बैठ के संविधान के खिलाफ काम कर रहे हैं। इसी करके यहाँ पे मुलाजिम पिस रहा है जो है, और ये चीज़ें प्रशासन को शोभा नहीं देती। हम कहते हैं कि चंडीगढ़ प्रशासन अगर अभी भी नहीं सुधरा तो हमें रोडों पे उतरने के लिए मजबूर किया जा रहा है, और यही कारण है आज वक्फ फेडरेशन ने जो है इकट्ठी हुई है। एकजुट हो गया। हरजिंदर जी, तुसीं फायर ब्रिगेड विभाग 'ਚ लंबा काम ਕੀਤਾ, ਤੁਸੀਂ ਚੰਡੀਗੜ੍ਹ 'ਚ ਜਿੱਥੇ ਅੱਗ ਲੱਗਦੀ ਸੀ ਉਹਨੂੰ ਬੁਝਾਉਂਦੇ ਜੇ, ਲੱਗਦਾ ਨਹੀਂ ਵੀ ਹੁਣ ਮੁਲਾਜ਼ਮਾਂ ਦੇ ਆਪਣੇ ਘਰ 'ਚ ਹੀ ਪ੍ਰਸ਼ਾਸਨ ਨੇ ਇਹੋ ਜਿਹੀ ਅੱਗ ਲਾਤੀ ਹੈ ਵੀ ਸਾਰੀਆਂ ਸਹੂਲਤਾਂ ਖੋਹੀਆਂ ਜਾ ਰਹੀਆਂ? ਇਹ ਸਾਡਾ ਪਹਿਲਾਂ ਅਲੱਗ-ਅਲੱਗ ਯੂਨੀਅਨਾਂ ਫੈਡਰੇਸ਼ਨਾਂ ਜਿਹੜੀਆਂ ਚੰਡੀਗੜ੍ਹ ਦੀਆਂ ਚੱਲ ਰਹੀਆਂ ਸੀ, ਅਲੱਗ-ਅਲੱਗ ਚੱਲਣਾ ਕਰਕੇ ਹੀ ਪ੍ਰਸ਼ਾਸਨ ਨੇ ਉਹਦਾ ਬੈਨੀਫਿਟ ਉਠਾਇਆ ਏ। ਪਹਿਲਾਂ ਵੀ ਤੁਸੀਂ ਦੇਖਿਆ ਕਿ ਸਾਡੀਆਂ 4 ਫੈਡਰੇਸ਼ਨਾਂ ਸੀ, 3 ਇਕੱਠੀਆਂ ਸੀ, ਇੱਕ ਉਸ ਟਾਈਮ ਵੀ ਅਲੱਗ ਸੀ। ਜੇ ਕੋਈ ਮੀਟਿੰਗ ਹੁੰਦੀ ਸੀ ਪ੍ਰਸ਼ਾਸਨ ਦੇ ਨਾਲ ਤੇ ਉਹ ਜਿਹੜੀਆਂ 3 ਯੂਨੀਅਨਾਂ ਸੀ ਫੈਡਰੇਸ਼ਨਾਂ, ਉਹ ਪੰਜਾਬ ਪੇ ਕਮਿਸ਼ਨ ਮੰਗਦੇ ਸੀ। ਇੱਕ ਫੈਡਰੇਸ਼ਨ ਹੀ ਉਹ ਜਾ ਕੇ ਲੈਟਰ ਦੇ ਆਉਂਦੇ ਸੀ ਵੀ ਸਾਨੂੰ ਸੈਂਟਰ ਪੇ ਕਮਿਸ਼ਨ ਦਿੱਤਾ ਜਾਵੇ। ਇਹਦਾ ਪ੍ਰਸ਼ਾਸਨ ਨੇ ਫਾਇਦਾ ਉਠਾਇਆ। ਇਹ ਫਾਇਦਾ ਹੁਣ ਸਾਰੀਆਂ ਯੂਨੀਅਨਾਂ ਇਕੱਠੀਆਂ ਹੋ ਗਈਆਂ। ਇਹ ਹੁਣ ਅਸੀਂ ਫਾਇਦਾ ਨਹੀਂ ਉਠਾਉਣ ਦੇਵਾਂਗੇ ਪ੍ਰਸ਼ਾਸਨ ਨੂੰ। ਪ੍ਰਸ਼ਾਸਨ ਨੇ ਅਲੱਗ ਕਰਕੇ ਹੀ ਫਾਇਦਾ ਉਠਾਇਆ। ਬਾਕੀ ਜਿਹੜੇ ਆਊਟਸੋਰਸਿੰਗ ਆ, ਪੋਸਟਾਂ ਖਾਲੀ ਪਈਆਂ ਜਾਂ ਇਹ ਭਰਤੀ ਬੰਦ ਕਰਕੇ ਪੱਕੀ ਭਰਤੀ, ਜਿਹੜੇ ਆਊਟਸੋਰਸਿੰਗ ਆ ਇਹ ਉਹਨਾਂ ਪੋਸਟਾਂ ਤੇ ਰਜਿਸਟ ਕੀਤੇ ਜਾਣ। ਓਕੇ ਗੋਪਾਲ ਦਾਸ ਜੀ, ਉਹ ਜਥੇਬੰਦੀ ਭਾਗਮਾਰ ਰਾਣਾ, ਜਿਵੇਂ ਮੈਂ ਹੋਰ ਲੀਡਰਾਂ ਦੇ ਨਾਂ ਲਏ ਆ ਜਿਨ੍ਹਾਂ ਨੇ ਬਹੁਤ ਸਟਰਗਲ ਕੀਤੀ ਹੈ, ਲੜਦੇ ਰਹੇ ਨੇ, ਜ਼ਮੀਨ ਨਾਲ ਜੁੜੇ ਰਹੇ ਨੇ, ਉਸ ਜਥੇਬੰਦੀ ਦੀ ਵਿਰਾਸਤ ਨੂੰ ਤੁਸੀਂ ਫੜਿਆ ਹੈ ਨਾ, ਕੀ ਲੱਗਦਾ ਵੀ ਤੁਸੀਂ ਨਿੱਜੀਕਰਨ ਬਿਜਲੀ ਵਿਭਾਗ ਦਾ ਜਿਹੜਾ ਹੋਣ ਤੋਂ ਉਹਨੂੰ ਰੋਕ ਲੋਗੇ? ਤੁਸੀਂ बिल्कुल ठीक नाम लिया जी। जत्थेबंदी के आगू और सरमौर साथी भागमा राणा जी रहे हैं, आज भी रिटायरमेंट के बाद वो पेंशन एसोसिएशन में काम कर रहे हैं और सहयोग दे रहे हैं। निजीकरण के खिलाफ बिजली के कर्मचारियों ने पिछले 18 सालों में 22 हड़तालें की हैं नेशनल, और लोकल लेवल पर कितनी हड़तालें की हैं वो आज भी हम उन साथी की अगुवाई में हम लड़ाई लड़ रहे हैं, संघर्ष कर रहे हैं। लेकिन उसके बावजूद सरकार जो है आज टस से मस नहीं हो रही है। और दूसरा सवाल ये भी है, बदकिस्मती वाली बात है कि जिसके घर में आग लग रही है वो बोल रहा है, जो ख़त्म हो रहा है वो आवाज़ उठा रहा है, लेकिन ख़त्म सब ने होना है, सरकार ने कुछ छोड़ना नहीं है। इस करके आज ये बहुत बड़ी इस बात को साथियों ने समझा है, इस बात की महत्ता समझ के ये यूनिटी बनाई है। चाहे आउटसोर्स का मुद्दा है, डेली वेज का मुद्दा है, पक्के करने का मुद्दा है, पे कमीशन का मुद्दा है, डेथ केसों का मुद्दा है, और तमाम डिपार्टमेंट को ख़त्म करके जो निजीकरण सरकार कर रही है उसके खिलाफ लड़ने का मुद्दा है। उस मुद्दे के खिलाफ जो है साथी लड़ने का जो ऐलान किया गया है, मैं समझता हूँ कि ज़रूर जो है इसमें कामयाब होके एक लंबा जो है वो संघर्ष जो है साथी करेंगे, और सरकार को जो नीति सरकार की है उसको ज़रूर जो है मात देंगे। ਤੁਸੀਂ ਬਹੁਤ ਵੱਡਾ ਦੋਸ਼ ਲਾਇਆ ਵੀ ਪ੍ਰਸ਼ਾਸਨ ਦੀ ਸਰਪ੍ਰਸਤੀ ਹੇਠ ਠੇਕੇਦਾਰ ਜਿਹੜੇ ਨੇ ਉਹ ਬੰਦਿਆਂ ਦੀ ਬੋਲੀ ਲਾ ਰਹੇ ਆ, ਮੁੱਲ ਵੱਟ ਰਹੇ ਆ। ਇਹਦਾ ਕੋਈ ਹੱਲ ਹੈਗਾ? ਹੱਲ ਸਰ ਇਹ ਸਰਕਾਰ ਦੇ ਹੱਥ ਵਿੱਚ ਸਭ ਕੁਝ ਹੈ, ਅਗਰ ਸਰਕਾਰ ਦੀ ਨੀਅਤ ਠੀਕ ਹੋਵੇ। ਜਿਵੇਂ ਕਿ ਅਸੀਂ ਚੰਡੀਗੜ੍ਹ ਦੀ ਗੱਲ ਕਰੀਏ ਸਰ, ਸਾਡੀ ਇੱਥੇ ਦੀ MP ਸਾਹਿਬਾਂ ਨੇ ਜਦੋਂ ਇਲੈਕਸ਼ਨ ਦੇ ਟਾਈਮ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਤੁਸੀਂ ਮੈਨੂੰ ਵੋਟ ਦਿਓ, ਮੈਨੂੰ MP ਬਣਾਓ ਤੇ ਮੈਂ ਤੁਹਾਡੀ ਇਹ ਠੇਕੇਦਾਰੀ ਪ੍ਰਥਾ ਖਤਮ ਕਰਕੇ ਤੁਹਾਨੂੰ ਰੈਗੂਲਰ ਕਰਾਵਾਂਗੇ ਡਿਪਾਰਟਮੈਂਟ ਦੇ ਅੰਡਰ। ਜਦੋਂ ਕਿ ਸਰ ਇੱਥੇ ਦਾ ਕਈ ਇੱਦਾਂ ਦੇ ਡਿਪਾਰਟਮੈਂਟ ਨੇ ਜੋ ਪਰਮਾਨੈਂਟ ਨੇਚਰ ਦਾ ਕੰਮ ਕਰਨ ਵਾਲੇ, ਜਿਵੇਂ ਕਿ ਹਸਪੀਟਲ ਹੋ ਗਏ ਜਾਂ ਸਿੱਖਿਆ ਵਿਭਾਗ ਹੋ ਗਿਆ, ਉੱਥੇ ਵੀ ਸਰ ਇਹਨਾਂ ਨੇ ਪੂਰਾ ਆਊਟਸੋਰਸਿੰਗ ਭਰਿਆ ਹੋਇਆ, ਜਦੋਂ ਕਿ ਉਹ ਇੱਦਾਂ ਦੇ ਡਿਪਾਰਟਮੈਂਟ ਨੇ ਕਿ ਉਹ ਕਦੇ ਬੰਦ ਹੋਣ ਵਾਲੇ ਨਹੀਂ ਹੈ। ਲੇਕਿਨ ਉੱਥੇ ਵੀ ਆਊਟਸੋਰਸਿੰਗ ਸਿਸਟਮ ਪੂਰਾ ਵਰਕਰ ਜੋ ਭਰੇ ਹੋਏ ਨੇ, ਆਊਟਸੋਰਸਿੰਗ ਭਰੇ ਹੋਏ ਨੇ। ਇਹ ਸਿਰਫ ਔਰ ਸਿਰਫ ਅਸੀਂ ਕਹਿ ਸਕਦੇ ਜੋ ਇੱਥੇ ਡੈਪੂਟੇਸ਼ਨ ਦੇ ਸਾਡੇ ਅਫਸਰ ਬੈਠੇ ਨੇ, ਜੋ ਪੰਜਾਬ ਹਰਿਆਣਾ ਤੋਂ 2-2 3-3 ਸਾਲ ਲਈ ਆ ਕੇ ਆਪਣੀਆਂ ਜੇਬਾਂ ਭਰ ਕੇ ਚਲੇ ਜਾਂਦੇ ਨੇ।
ਇਹ ਬਿਲਕੁਲ ਆਪਣੀਆਂ ਜੇਬਾਂ ਭਰਨ ਲਈ ਇਹ ਆਊਟਸੋਰਸਿੰਗ ਸਿਸਟਮ ਨੂੰ ਚਾਲੂ ਰੱਖਿਆ ਹੋਇਆ। ਔਰ ਮੈਂ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਸਰ PTC ਨਿਊਜ਼ ਦਾ, ਤੇ ਮੈਂ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਉਨ ਕਿਸਾਨ ਜਥੇਬੰਦੀਆਂ ਦਾ ਜਿਨ੍ਹਾਂ ਨੂੰ ਦੇਖ ਕੇ ਅੱਜ ਸਾਨੂੰ ਇਹ ਸਿੱਖ ਮਿਲੀ ਹੈ, ਜੋ ਅਸੀਂ ਇਹ ਅੱਜ ਸੰਯੁਕਤ ਕਰਮਚਾਰੀ ਮੋਰਚੇ ਦਾ ਗਠਨ ਕੀਤਾ। ਜੋ ਸਾਡੇ ਲੀਡਰਾਂ ਦੇ ਵਿੱਚ ਮੈਂ ਸੀ ਉਹ ਬਿਲਕੁਲ ਖਤਮ ਕਰਤੀ ਹੈ। ਮੈਂ ਖਤਮ ਹੋ ਗਏ ਸ਼ੁਭ ਸ਼ਗਨ ਹੈ। ਇੱਕ ਵਾਰੀ ਫਿਰ CTU ਦੀ ਗੱਲ ਕਰਦੇ ਹਾਂ। ਪਤਾ ਲੱਗਾ ਹੁਣ CTU ਵੀ ਨਿੱਜੀ ਹੱਥਾਂ 'ਚ ਜਾ ਰਹੀ ਹੈ। ਤਰਲੋਚਨ ਜੀ, ਗੱਲ ਇਦਾਂ, ਤੁਸੀਂ ਇਸ ਤੇ ਪਹਿਲਾਂ ਗੱਲ ਕਰਕੇ ਗਏ ਹੋ ਸਾਡੇ ਕਾਮਰੇਡ ਕੁਲਦੀਪ ਸਿੰਘ ਸੇਖੋਂ ਜੀ ਦੀ। ਉਹ ਲੀਡਰ ਉਹ ਸੀਗੇ ਜਿਨ੍ਹਾਂ ਨੇ ਆਪਣੇ ਆਪ ਨੂੰ ਦਾਅ 'ਤੇ ਲਾ ਕੇ ਮਰਨ ਵਰਤ ਰੱਖ ਕੇ ਇੱਥੇ ਪੰਜਾਬ ਦੇ ਜਿਹੜੇ ਸਕੇਲ ਲਾਗੂ ਕਰਾਏ ਔਰ ਪੈਨਸ਼ਨ ਬਹਾਲ ਕਰਵਾਈ ਇੱਥੇ। ਕਿਉਂਕਿ ਲੀਡਰ ਇੱਕ ਦੀਵੇ ਦਾ ਕੰਮ ਕਰਦਾ, ਖੁਦ ਜਲ ਕੇ ਉਹ ਲੋਕਾਂ ਨੂੰ ਰੋਸ਼ਨੀ ਦਿੰਦਾ। ਔਰ ਜਦ ਤੱਕ ਅਸੀਂ ਨਿੱਜ ਨਹੀਂ ਛੱਡਾਂਗੇ ਉਦੋਂ ਤੱਕ ਨਿੱਜੀਕਰਨ ਖਤਮ ਨਹੀਂ ਹੋਣਾ। ਜਦ ਅਸੀਂ ਨਿੱਜ ਛੱਡਤਾ, ਮੈਨੂੰ ਲੱਗਦਾ ਅੱਜ ਸਾਡੇ ਲੀਡਰ ਸਾਹਿਬਾਨ ਨੂੰ ਮੈਂ ਧੰਨਵਾਦ ਕਰਦਾ। ਅਸੀਂ ਸੰਯੁਕਤ ਕਰਮਚਾਰੀ ਮੋਰਚੇ ਦੇ ਨਾਂ ਦੇ ਹੇਠ ਅਸੀਂ ਇਕੱਠੇ ਹੋਏ ਹਾਂ ਔਰ ਬੜਾ ਸ਼ੁਕਰਾਨਾ ਮੈਂ ਅਕਾਲ ਪੁਰਖ ਵਾਹਿਗੁਰੂ ਦਾ ਵੀ ਕਰਦਾ ਵੀ ਸਾਨੂੰ ਸਮੱਤ ਬਖਸ਼ੀ ਹੈ ਔਰ ਅਸੀਂ ਇਕੱਠੇ ਹੋ ਕੇ ਚੱਲੀਏ ਔਰ ਅਸੀਂ ਇਸ ਨਿੱਜੀਕਰਨ ਦੇ ਖਿਲਾਫ ਲੜਾਈ ਨੂੰ ਵਿਆਪਕ ਤੌਰ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਲੜੀਏ ਔਰ ਅਫਸਰਸ਼ਾਹੀ ਨੂੰ ਅਸੀਂ ਦੱਸੀਏ ਵੀ ਅਸੀਂ ਇਕੱਠੇ ਹਾਂ। ਹੁਣ ਅਸੀਂ ਕਰਮਚਾਰੀਆਂ ਦੇ ਹਿੱਤਾਂ ਦਾ ਘਾਣ ਨਹੀਂ ਹੋਣ ਦੇਵਾਂਗੇ। ਰਹੀ ਗੱਲ CTU ਦੀ, CTU ਤਾਂ ਮੈਂ ਤੁਹਾਨੂੰ ਪਹਿਲਾਂ ਦੱਸ ਕੇ ਹਟਿਆ ਵੀ ਹੈਰੀਟੇਜ ਹੈ, ਲੋਕਾਂ ਦੀ ਪਬਲਿਕ ਦੀ ਅਸੀਂ ਸੇਵਾ ਕਰ ਰਹੇ ਹਾਂ ਬੜੇ ਪਿਆਰ ਦੇ ਨਾਲ, ਕਿਉਂਕਿ ਸਵੇਰੇ 5 ਵਜੇ ਤੋਂ ਲੈ ਕੇ 10 ਵਜੇ ਤੱਕ CTU ਦਾ ਕੰਮ ਆ ਜਿਹੜਾ ਚੰਡੀਗੜ੍ਹ ਦੇ ਲੋਕਾਂ ਦੀ ਸੇਵਾ ਕਰਦਾ ਹੈ, ਪਬਲਿਕ ਦੀ ਸੇਵਾ ਕਰਦਾ ਹੈ, ਬਜ਼ੁਰਗਾਂ ਦੀ ਸੇਵਾ ਕਰਦਾ ਹੈ, ਕਿਉਂਕਿ ਮੁਲਾਜ਼ਮਾਂ ਤੇ ਸੀਨੀਅਰ ਸਿਟੀਜ਼ਨਾਂ ਦਾ ਸ਼ਹਿਰ ਹੈ ਚੰਡੀਗੜ੍ਹ। ਪਰੰਤੂ ਪਤਾ ਨਹੀਂ ਸਰਕਾਰ ਕੀ ਚਾਹੁੰਦੀ ਹੈ, ਕੀ ਇਹਨਾਂ ਦੀ ਸੋਚ ਹੈ, ਇਹ ਕੀ ਕਰਨਾ ਚਾਹੁੰਦੇ ਨੇ ਮੁਲਾਜ਼ਮ। ਇਹ ਸਰਕਾਰੀ ਅਦਾਰਿਆਂ ਨੂੰ ਇੱਦਾਂ ਰਤਨ ਕੰਪਨੀਆਂ, ਨਵਰਤਨ ਕੰਪਨੀਆਂ ਨੂੰ ਖਤਮ ਕਰਨ ਜਾ ਰਹੀ ਹੈ ਜਿਹੜੀ ਸਰਕਾਰ ਹੈ, ਉਸ ਦੀ ਨੀਤੀ ਜਿਹੜੀ ਸੈਂਟਰ ਸਰਕਾਰ ਦੀ ਚੰਡੀਗੜ੍ਹ ਦੇ ਅਫਸਰ ਇੱਥੇ ਲਾਗੂ ਕਰ ਰਹੇ ਨੇ। ਇਹ ਬਹੁਤ ਮਾੜੀ ਗੱਲ ਹੈ। ਅਸੀਂ ਅਪੀਲ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਤਰਸ ਕੀਤਾ ਜਾਵੇ ਇਹਨਾਂ ਲੋਕਾਂ ਦੇ ਉੱਤੇ, ਕਿਉਂਕਿ ਮੁਲਾਜ਼ਮ ਆਪਣਾ ਸਾਰਾ ਟਾਈਮ, ਆਪਣੇ ਬੱਚਿਆਂ ਦਾ ਟਾਈਮ, ਆਪਣੀ ਫੈਮਿਲੀ, ਆਪਣੇ ਪਰਿਵਾਰ ਦਾ ਟਾਈਮ ਲੋਕਾਂ ਦੀ ਸੇਵਾ ਵਾਸਤੇ ਲਾਉਂਦਾ ਹੈ। ਇਹਨਾਂ ਧੱਕਾ ਨਾ ਕੀਤਾ ਜਾਵੇ। ਆਊਟਸੋਰਸ ਦੇ ਨਾਂ ਤੇ ਔਰ ਕੰਟਰੈਕਟ ਦੇ ਨਾਂ ਤੇ ਜਿਹੜਾ ਨੰਗਾ ਨਾਚ ਔਰ ਕਮਿਸ਼ਨ ਦਾ ਖੇਲ ਖੇਲਿਆ ਜਾ ਰਿਹਾ ਇਹਨੂੰ ਬੰਦ ਕੀਤਾ ਜਾਵੇ। ਨਹੀਂ ਤਾਂ ਮਜਬੂਰਨ ਜਿੱਦਾਂ ਦੱਸਿਆ, ਜਿੱਦਾਂ ਫਿਰ ਗੱਲ ਇਹ ਹੁਣ ਬਿਜਲੀ ਮਹਿਕਮਾ ਜਿਹੜਾ ਪ੍ਰੋਫਿਟ ਦੇ ਵਿੱਚ ਉਹਨੂੰ ਬੰਦ ਕੀਤਾ ਜਾ ਰਿਹਾ, ਕੀ ਕੋਈ ਤੁਕ ਥੋੜ੍ਹੇ ਬਣਦੀ ਹੈ। CTU ਸਾਡਾ ਡਿਪਾਰਟਮੈਂਟ ਹਮੇਸ਼ਾ ਜਿੱਥੋਂ ਅੱਡਿਆਂ ਤੋਂ ਇੰਨੀ ਆਮਦਨ ਆ ਰਹੀ ਹੈ ਸਾਡੇ, ਔਰ ਪਰਚੀ ਗੇਟਾਂ ਤੋਂ ਕਰੋੜਾਂ ਰੁਪਈਆ, 14 ਕਰੋੜ 40 ਲੱਖ ਰੁਪਈਆ ਅਸੀਂ ਸਾਲ ਦਾ ਕਮਾ ਰਹੇ ਹਾਂ। 23-24 ਕਰੋੜ ਰੁਪਈਆ ਜਿੱਥੇ ਸਾਡਾ ਇੱਕ ਪੈਸਾ ਵੀ ਖਰਚ ਨਹੀਂ ਹੋ ਰਿਹਾ CTU ਉੱਥੋਂ ਕਰ ਰਹੀ ਹੈ ਔਰ ਅਸੀਂ ਅੱਡਿਆਂ ਨੂੰ ਅੱਜ ਪ੍ਰਾਈਵੇਟ ਹੱਥਾਂ ਦੇ ਵਿੱਚ ਸੁਸਾਇਟੀ ਦੇ ਨਾਂ ਤੇ ਦੇਣ ਦੀ ਗੱਲ ਕਰ ਰਹੇ ਹਾਂ। ਤਾਂ ਇਹ ਮੈਨੂੰ ਲੱਗਦਾ ਵੀ ਨੀਅਤ ਸਾਫ਼ ਨਹੀਂ ਹੈ, ਨੀਤੀ ਸਾਫ਼ ਨਹੀਂ ਹੈ, ਇਹ ਗੱਲਾਂ ਸਾਰੀਆਂ। मिश्रा जी ਹੁਣ यूनाइट होकर फाइट करोगे? सर बिल्कुल, और जैसे हमारे सभी लीडर साहिबान ने बोला है, बिल्कुल परफेक्ट बोला है। और आज मुझे बड़ी खुशी, हर्ष भी है कि आज हमारी जो हम जब से चंडीगढ़ में रह रहे हैं, करीब 20 साल हो गया, तब से मैं यही चाह रहा था कि हमारी ये जो हमारी अलग अलग यूनियन चल रही हैं, क्योंकि सर एक बड़ी विडंबना रही, मैंने शुरू से देखा हुआ है कि यहाँ पे हरियाणा और पंजाब से अफसरों का राज है। हम अगर किसी की कंप्लेन करते हैं तो वो डेपुटेशन वाला ही होता है अफसर, जो काम हमारा नहीं करता, और अगला कार्रवाई करने वाला भी डेपुटेशन वाला होता है। इसलिए ये कोई भी सुनते नहीं है, कोई भी किसी भी मुलाजिम के ऊपर अत्याचार हो रहा है, किसी प्रकार से सुनाई हमारी नहीं होती। लेकिन आज जो हमारी ये हमारा परिवार जो इकट्ठा हुआ है, सर मैं तहे दिल से धन्यवाद करूँगा सभी लीडरों का, और उसमें आप सबका भी बड़ा सहयोग होगा सर। हमारा आप न्यूज़ वालों का बहुत बड़ा सहयोग होगा। जैसे हमारे किसान बैठे हैं, जो हमारी सच्चाई है उनको दिखाया नहीं जा रहा है, गोदी मीडिया बैठी हुई है, लेकिन आपका जो ये आज आप हमारी एकजुटता का ये जो प्रतीक आपने एक हमारा आज बहुत बढ़िया आपने, जो मैं PTC न्यूज़ का भी धन्यवाद करूंगा, लेकिन मैं सभी लीडरों का भी तहे दिल से धन्यवाद करूंगा। जो लेट शुरुआत हुई, लेकिन किसानों को देख के हमारी जो एकजुटता आज हुई है, आज हमारा पंजाब का भी जो भी जत्थेबंदी है, सारे हम कॉन्टेक्ट करेंगे, और हमारी जितनी लीडरशिप है, हम ये एक मैसेज देना चाहते हैं और आपके माध्यम से बताना चाहते हैं कि अब वो दिन दूर नहीं है कि अगर जो हमारे साथ अफसर धक्काशाही आज अलग अलग यूनियन के साथ कर रही थी, हमारे मुलाजिमों की आवाज़ नहीं सुनाई दे रही थी, आज वो आवाज़ सुनाई देगी। एक दोस्त ने बड़ी वड्डी गल कही है, चलो PTC ਦੀ ਤੇ ਡਿਊਟੀ ਹੈ, ਆਪਣੀ ਡਿਊਟੀ ਹੈ ਸਾਡੀ ਇਹ ਲੋਕਾਂ ਦੀ ਆਵਾਜ਼ ਬੁਲੰਦ ਕਰਨੀ, ਵੀ ਕਿਸਾਨਾਂ ਨੇ ਇੱਕ ਜਿਹੜੀ ਉਹਨਾਂ ਦੀ ਕੀ ਕਹਿੰਦੇ ਮੈਸੇਜ ਸੀ ਉਹ ਤੁਹਾਡੇ ਘਰ ਕੀਤਾ, ਤੁਸੀਂ ਯੂਨਾਈਟ ਹੋ ਗਏ। ਹੁਣ ਕੀ ਅਗਲਾ ਪ੍ਰੋਗਰਾਮ? ਲੋਚਨ ਜੀ ਗੱਲ ਐਵੇਂ ਹੈ ਨਾ, ਮੁਲਾਜ਼ਮ ਜਥੇਬੰਦੀਆਂ ਦੇ ਜਿਹੜੇ ਮੇਨ ਸਾਡੇ ਲੀਡਰ ਹੈ, ਇਹਨਾਂ ਦੀਆਂ 8-10 ਮੀਟਿੰਗਾਂ ਹੋ ਚੁੱਕੀਆਂ, ਸਾਰਾ ਢਾਂਚਾ ਬਣ ਗਿਆ, ਮੰਗ ਪੱਤਰ ਸਰਕਾਰ ਨੂੰ ਦੇ ਦਿੱਤਾ ਗਿਆ, ਟਾਈਮ ਮੰਗਿਆ ਉਹਨਾਂ ਕੋਲੋਂ। ਰਣਨੀਤੀ ਅੱਗੇ ਦੀ ਇਹ ਰਹੇਗੀ ਵੀ ਅਸੀਂ ਮੰਗਾਂ ਮਨਵਾਉਣ ਤੋਂ ਬਿਨਾਂ ਸਾਡੇ ਮਤਲਬ ਪਿੱਛੇ ਹਟਣ ਵਾਲਾ ਕੋਈ ਨਹੀਂ ਹੈ। ਸਾਰੇ ਜਥੇਬੰਦੀਆਂ ਜੀ ਜਿਸ ਤਰ੍ਹਾਂ ਦੀ ਵੀ ਲੋੜ ਪਏਗੀ ਅਸੀਂ ਉਹਨੂੰ ਅੱਜ ਡਿਸਕਲੋਜ਼ ਨਹੀਂ ਕਰਨਾ ਚਾਹੁੰਦੇ ਇਸ ਟਾਈਮ ਤੇ, ਜਿਸ ਤਰ੍ਹਾਂ ਦਾ ਵੀ ਚੰਡੀਗੜ੍ਹ ਦੇ ਵਿੱਚ ਐਕਸ਼ਨ ਦੇਣਾ ਪਏਗਾ ਉਹ ਦੇਵਾਂਗੇ। ਦੂਸਰੀ ਗੱਲ, ਸਾਨੂੰ ਪੰਜਾਬ ਦੇ ਨਾਲ ਜੋੜ ਦਿੱਤਾ ਗਿਆ ਹੋਇਆ ਹੈ, ਪੰਜਾਬ ਦੇ ਵਿੱਚ ਵੀ ਅਸੀਂ
ਜਿਹੜੇ ਸਕੇਲਾਂ ਦੀ ਲੜਾਈ ਦੇ ਹਾਂ, ਵਿੱਚ ਮੈਂ ਉਹੀ ਪੁੱਛਣਾ, ਪੰਜਾਬ ਦਾ ਜਿਹੜਾ ਸਾਂਝਾ ਮੋਰਚਾ ਬਣ ਗਿਆ ਉਹਦੇ ਨਾਲ ਵੀ ਤਾਲਮੇਲ ਕਰੋ। ਉਹਦੇ ਨਾਲ ਵੀ ਅਸੀਂ ਤਾਲਮੇਲ ਕਰਾਂਗੇ, ਕਿਉਂਕਿ ਪੰਜਾਬ ਗਵਰਨਮੈਂਟ ਨੇ ਆਪਣੇ ਪੇ ਕਮਿਸ਼ਨ ਬਿਠਾ ਦਿਆ 16 ਚ, ਬਾਦਲ ਸਰਕਾਰ ਪੇ ਕਮਿਸ਼ਨ ਬਿਠਾ ਗਈ ਔਰ 5% ਇੰਟਰਮ ਰਿਲੀਫ ਦੇਗੀ। ਆ ਜਿਹੜੀ ਬੇਕਾਰ ਸਰਕਾਰ ਕਾਂਗਰਸ 4 ਸਾਲ ਹੋ ਗਏ, 4.5 ਸਾਲ ਇਹਨਾਂ ਨੇ ਉੱਠਣ ਹੀ ਨਹੀਂ ਦਿੱਤਾ, ਐਸਾ ਉੱਪਰ ਭਾਰ ਪਾਇਆ ਉਹਦੇ। ਸਾਡੇ ਮੁਲਾਜ਼ਮਾਂ ਨੂੰ ਉਡੀਕ ਹੈ ਵੀ ਪੰਜਾਬ ਦਾ ਸਕੇਲ ਆਏ ਤਾਂ ਅਸੀਂ ਉਹ ਸਕੇਲ ਲਵਾਂਗੇ। ਪੰਜਾਬ ਕੋਲ ਪੈਸੇ ਨਹੀਂ ਹੈਗੇ ਤਾਂ ਨਾ ਅੱਗੇ ਪਿੱਛੇ ਕਰ ਲਵੇ, ਪਰ ਯੂਟੀ ਨੂੰ ਤੇ ਹਿਮਾਚਲ ਨੂੰ ਭੁੱਖੇ ਨਾ ਮਾਰੇ। ਪੰਜਾਬ ਸਰਕਾਰ ਦੀ ਵੀ ਨਿਖੇਧੀ ਕਰਾਂਗੇ। ਅਸੀਂ ਪਹਿਲਾਂ ਵੀ ਜੁਆਇੰਟ ਐਕਸ਼ਨ ਕਮੇਟੀ 'ਚ ਤੁਹਾਨੂੰ ਪਤਾ ਹੀ ਹੈ ਚੱਲਦੇ ਰਹੇ ਹਾਂ ਪੰਜਾਬ ਦੇ ਨਾਲ, ਹੁਣ ਵੀ ਅਸੀਂ ਗੱਲ ਕਰਾਂਗੇ ਮੋਰਚੇ ਦੇ ਵਿੱਚ ਤੇ ਪੰਜਾਬ ਦੀਆਂ ਜਥੇਬੰਦੀਆਂ ਨਾਲ ਵੀ ਮਿਲ ਕੇ ਕੰਮ। ਕਟੋਚ ਜੀ, ਅਖੀਰਲਾ ਸਵਾਲ, ਤੁਸੀਂ ਬਹੁਤ ਵੱਡਾ ਗੱਲ ਕੀਤੀ ਹੈ ਵੀ ਝੋਲਾ ਚੁੱਕ ਲੀਡਰਾਂ ਕਰਕੇ ਮਾਰੇ ਗਏ। ਤੁਹਾਨੂੰ ਪੂਰੀ ਆਸ ਹੁਣ ਝੋਲੇ ਸੁੱਟਤੇ ਨੇ, ਯੂਨਾਈਟ ਹੋ ਕੇ ਚੱਲਣਗੇ। ਮੇਰੀ ਜੇ ਗੱਲ ਕਿਸੇ ਨੂੰ ਚੁੱਭੀ ਹੋਵੇ ਮੈਂ ਛਾਵਾਂ ਚਾਹਾਂਗਾ, ਲੇਕਿਨ ਆ ਜਿਹੜੀ ਟੀਮ ਇਕੱਠੀ ਹੋਈ ਹੈ ਇਹ ਬੜੀ ਖੁਸ਼ੀ ਦੀ ਗੱਲ ਹੈ ਔਰ ਇੱਕ ਲਹਿਰ ਉੱਠੀ ਹੈ ਚੰਡੀਗੜ੍ਹ ਦੇ ਮੁਲਾਜ਼ਮਾਂ ਵਾਸਤੇ ਵੀ ਸਾਡਾ ਕੁਛ ਨਾ ਕੁਛ ਆਨੇ ਬਨੇ ਕਿਨਾਰੇ ਲੱਗੇਗਾ। ਔਰ ਮੇਰੀ ਸ਼ੁਰੂ ਤੋਂ ਤਮੰਨਾ ਰਹੀ ਹੈ, ਕਿਉਂਕਿ 92 ਚ ਪਾਣੀ ਬੰਦ ਹੋਇਆ ਸੀ, ਫੌਜ ਲੱਗੀ ਸੀਗੀ, ਅਸੀਂ ਤਾਂ ਉਹਨਾਂ ਵਿੱਚੋਂ 5-5 ਦਿਨ ਅਸੀਂ ਜੇਲ੍ਹਾਂ ਕੱਟੀਆਂ ਹੋਈਆਂ, ਉਸ ਤੋਂ ਬਾਅਦ ਵੀ ਅਸੀਂ ਜੇਲ੍ਹਾਂ ਕੱਟੀਆਂ। ਕਹਿਣ ਦਾ ਭਾਵ ਹੈਗਾ ਫੈਡਰੇਸ਼ਨ ਆਫ ਡਿਊਟੀ ਇੰਪਲਾਈਜ਼ ਦੇ ਝੰਡੇ ਥੱਲੇ ਅਸੀਂ ਬਹੁਤ ਕੰਮ ਕੀਤਾ ਔਰ ਮੁੜ ਕੇ ਅਸੀਂ ਯੂਨਾਈਟਿਡ ਫਰੰਟ ਜਿਹੜੀ ਸੈਂਟਰ 'ਚ ਸਰਕਾਰ ਸੀ ਉਹਦੇ ਝੰਡੇ ਥੱਲੇ ਅਸੀਂ ਕੰਮ ਕੀਤਾ। ਉਹ ਸਾਡੇ ਜਿਹੜੇ ਸਾਥੀ ਸੀਗੇ ਅੱਜ ਇਸ ਦੁਨੀਆ 'ਚ ਨਹੀਂ ਹੈ, ਲੇਕਿਨ ਨਾਮ ਚਮਕਦਾ ਸੁਸ਼ੀਲ ਕੁਮਾਰ, ਪੰਡਤ ਰਵੇਸ਼ ਕਾਂ ਜੀ, ਦਰਸ਼ਨ ਜੀ ਜਿੰਦੇ ਸਾਡੇ, ਜਿਨ੍ਹਾਂ ਨੇ ਸਾਨੂੰ ਅਗਵਾਈ ਕੀਤੀ ਹੈ ਔਰ ਬਹੁਤ ਸਹੀ ਦਿੱਤੀ ਹੈ ਵੀ ਲੜਦੇ ਰਹੋ ਔਰ ਸਰਕਾਰ ਨਾਲ ਟਾਕਰਾ ਕਰਦੇ ਹੋ। ਜੇ ਇਕੱਲੇ ਵੀ ਹੈ ਤਾਂ ਆਪਸ 'ਚ ਜੱਫੀ ਪਾ ਕੇ ਲੜ ਲਓ ਤਾਂ ਕਿ ਕਮਜ਼ੋਰ ਨਾ ਹੋਈਏ। ਇਸ ਕਰਕੇ ਸਰਕਾਰ ਨਾਲ ਲੜਨ ਦਾ ਪੂਰਾ ਮਨ ਹੈ ਇਸ ਵਕਤ ਸਾਡਾ। ਅਸੀਂ ਵੀ ਚਾਹੁੰਦੇ ਹਾਂ ਰਿਟਾਇਰਮੈਂਟ ਤੇ ਜਾਂਦੇ ਇੱਕ ਦਸਤ ਪੰਜਾ ਲਾ ਕੇ ਜਾਈਏ ਤਾਂ ਕਿ ਸਰਕਾਰ ਨੂੰ ਪਤਾ ਹੋਵੇ ਵੀ ਲੜਨ ਵਾਲੇ ਵੀ ਸਾਥੀ ਵੀ ਹੈ। ਜਿੱਦਾਂ ਕਿਸਾਨਾਂ ਨੇ ਅੱਜ ਉਹ ਦੇਸ਼ ਪ੍ਰੇਮ ਜਗਾਇਆ, ਉਹਨਾਂ ਮੁਲਾਜ਼ਮਾਂ ਦੇ ਵਿੱਚ ਵੀ ਔਰ ਲੋਕਾਂ ਦੇ ਵਿੱਚ ਵੀ ਦੇਸ਼ ਖਤਰੇ 'ਚ ਹੈ। ਅੱਜ ਅਸੀਂ ਸਮਝਦੇ ਹਾਂ ਵੀ ਚੰਡੀਗੜ੍ਹ ਖਤਰੇ 'ਚ ਹੈ, ਸਾਰੇ ਡਿਪਾਰਟਮੈਂਟ ਖਤਰੇ 'ਚ ਹੈ। ਇਸੇ ਤਰੀਕੇ ਇਹ ਆਜ਼ਾਦੀ ਹੈ ਕਿਸਮ ਦੀ ਉਹਨਾਂ ਲੋਕਾਂ ਦੇ ਅੰਦਰੋਂ ਵੀ ਜਿਹੜੇ ਲੋਕ ਇਹ ਸਮਝਦੇ ਵੀ IAS ਅਫਸਰ ਅਸੀਂ ਲੱਗੇ ਹਾਂ ਜਾਂ ਗਵਰਨਰ ਸਾਹਿਬ ਹੋਣ ਜਾਂ ਪ੍ਰਸ਼ਾਸਕ ਹੋਵੇ ਵੀ ਇਹ ਸਾਰਾ ਚੰਡੀਗੜ੍ਹ ਸਾਡੇ ਹੱਥਾਂ 'ਚ ਹੈ। ਅਸੀਂ ਨਹੀਂ ਚਾਹੁੰਦੇ ਵੀ ਇਹ ਕੰਮ ਨਾ ਹੋਵੇ। ਤੁਸੀਂ ਡਿਊਟੀ ਦੇ ਮੁਲਾਜ਼ਮ ਲੀਡਰਾਂ ਦੀਆਂ ਗੱਲਾਂ ਸੁਣੀਆਂ ਔਰ ਲੱਗਦਾ ਵੀ ਸਿੰਘੂ ਬਾਰਡਰ ਤੇ ਟਿੱਕਰੀ ਬਾਰਡਰ ਤੇ ਬੈਠੇ ਜਿਹੜੇ ਕਿਸਾਨ ਨੇ, ਜਿਨ੍ਹਾਂ ਦੀ ਆਵਾਜ਼ ਪੂਰੀ ਦੁਨੀਆ 'ਚ ਗੂੰਜ ਲਈ ਹੈ, ਸ਼ਾਇਦ ਯੂਟੀ ਦੇ ਉਹ ਮੁਲਾਜ਼ਮ ਲੀਡਰ ਜਿਹੜੇ ਕਈ ਦਹਾਕਿਆਂ ਤੋਂ ਅੱਡੋ-ਅੱਡੀ ਲੜਾਈ ਲੜ ਕੇ ਤੇ ਪ੍ਰਸ਼ਾਸਨ ਦੇ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੇ ਸੀ, ਅੱਜ ਉਹਨਾਂ ਨੇ ਉਹ ਆਵਾਜ਼ ਨੂੰ ਆਪਣੇ ਮਨ ਅੰਦਰ ਬਿਠਾ ਕੇ ਤਹੱਈਆ ਕਰ ਲਿਆ ਵੀ ਹੁਣ ਇਕੱਠੇ ਹੋ ਕੇ ਲੜਾਂਗੇ।